ਹੈਲੋ ਗਾਈਜ਼ ਵੈਲਕਮ ਬੈਕ ਆਵਰ YouTube ਚੈਨਲ। ਗਾਈਜ਼ ਅੱਜ ਦੀ ਕਲਾਸ ਜਿਹੜੀ ਆਪਾਂ ਕਰਨ ਜਾ ਰਹੇ ਹਾਂ ਤਾਂ ਅੱਜ ਦੀ ਕਲਾਸ ਤੁਹਾਡੇ ਵਾਸਤੇ ਕਾਫੀ ਇੰਪੋਰਟੈਂਟ ਕਲਾਸ ਹੈ। ਇੰਪੋਰਟੈਂਟ ਇਸ ਕਰਕੇ ਹੈ ਕਿਉਂਕਿ ਆਪਾਂ ਜਿਵੇਂ ਤੁਹਾਨੂੰ ਪਤਾ ਵੀ ਸੀਰੀਜ਼ ਚਲਾ ਰਹੇ ਆਪਾਂ ਇੱਕ ਕੁਐਸਚਨਸ ਦੀ, ਤਾਂ ਸਾਡੇ ਸੰਵਿਧਾਨ ਦੇ ਨਾਲ ਰਿਲੇਟਡ ਕੁਐਸਚਨ ਜਿਹੜੇ ਪੁਰਾਣੇ ਆਏ ਹੋਏ ਐਗਜ਼ਾਮ ਦੇ ਵਿੱਚ ਉਹਦੇ ਬਾਰੇ ਆਪਾਂ ਗੱਲ ਕਰ ਰਹੇ ਸੀ। ਪਹਿਲਾਂ ਵੀ ਗੱਲ ਕੀਤੀ ਆਪਾਂ ਫੰਡਾਮੈਂਟਲ ਰਾਈਟਸ ਦੇ ਨਾਲ ਰਿਲੇਟਡ ਕੁਐਸਚਨ ਆਪਾਂ ਗੱਲ ਕਰਾਂਗੇ। ਜਿਵੇਂ ਤੁਹਾਨੂੰ ਪਤਾ ਹੋਵੇਗਾ ਵੀ ਭਾਗ ਨੰਬਰ ਸਾਡਾ ਜਿਹੜਾ ਸੰਵਿਧਾਨ ਦਾ 3 ਹੈ ਤੇ ਆਰਟੀਕਲ ਨੰਬਰ ਜਿਹੜਾ ਸਾਡਾ 12 ਤੋਂ ਲੈ ਕੇ 35 ਤੱਕ ਹੈ। ਤਾਂ ਇਹਦੇ ਵਿੱਚ ਸਾਡੇ ਫੰਡਾਮੈਂਟਲ ਰਾਈਟਸ ਦੇ ਨਾਲ ਰਿਲੇਟਡ ਗੱਲ ਕੀਤੀ ਗਈ ਹੈ, ਜਿਹੜਾ ਕਿ ਅਸੀਂ ਫੰਡਾਮੈਂਟਲ ਜਿਹੜੇ ਰਾਈਟਸ ਸੀਗੇ ਇਹ ਲਿਖਤੀ ਤੌਰ ਤੇ ਸਭ ਤੋਂ ਪਹਿਲਾਂ ਜਿਹੜੀ ਗੱਲ ਕੀਤੀ ਗਈ ਸੀ ਜਾਂ ਜਿਹੜੇ ਸੰਵਿਧਾਨ ਦੇ ਵਿੱਚ ਪਾਏ ਗਏ ਸੀ USA ਦੇ ਵਿੱਚ, ਤਾਂ ਅਸੀਂ USA ਦੇ ਸੰਵਿਧਾਨ ਤੋਂ ਹੀ ਅਡਾਪਟ ਕੀਤਾ ਇਹਨੂੰ। ਵੈਸੇ 1215 ਦੇ ਵਿੱਚ ਇੰਗਲੈਂਡ ਦੇ ਵਿੱਚ ਇੱਕ ਵਾਰ ਸਮਰਾਟ ਜੌਨ ਸੀਗਾ ਤਾਂ ਉਹਨੇ ਆਪਣੇ ਨਾਗਰਿਕਾਂ ਨੂੰ ਫੰਡਾਮੈਂਟਲ ਰਾਈਟਸ ਦੇਣ ਦੀ ਜਾਂ ਮੌਲਿਕ ਅਧਿਕਾਰ ਕੁਝ ਮਤਲਬ ਅਧਿਕਾਰ ਦੇਣ ਦੀ ਗੱਲ ਜਿਹੜੀ ਸੀ ਉਹ ਕੀਤੀ ਸੀਗੀ, ਤੇ ਪਰ ਲਿਖਤੀ ਰੂਪ ਦੇ ਵਿੱਚ USA ਦੇ ਸੰਵਿਧਾਨ ਦੇ ਵਿੱਚ ਇਹਨੂੰ ਸਭ ਤੋਂ ਪਹਿਲਾਂ ਸ਼ਾਮਲ ਕੀਤਾ ਗਿਆ ਸੀ ਤੇ ਉਸ ਤੋਂ ਪ੍ਰੇਰਿਤ ਹੋ ਕੇ ਫਿਰ ਅਸੀਂ ਇਹਨੂੰ ਆਪਣੇ ਦੇਸ਼ ਦੇ ਸੰਵਿਧਾਨ ਦੇ ਵਿੱਚ ਸ਼ਾਮਲ ਕੀਤਾ ਹੈ। ਤਾਂ ਦੇਖਦੇ ਹਾਂ ਇਹਦੇ ਨਾਲ ਜੁੜੇ ਹੋਏ ਐਗਜ਼ਾਮ ਦੇ ਵਿੱਚ ਆਏ ਹੋਏ ਕੁਝ ਕੁਐਸਚਨ। ਫਸਟ ਕੁਐਸਚਨ ਦੇਖੋ ਕੀ ਕਹਿ ਰਿਹਾ, ਭਾਰਤੀ ਸੰਵਿਧਾਨ ਦੀ ਧਾਰਾ 14 ਭਾਰਤ ਦੇ ਨਾਗਰਿਕਾਂ ਨੂੰ ਕਿਸ ਗੱਲ ਦੀ ਗਰੰਟੀ ਦਿੰਦੀ ਹੈ ਜਾਂ ਕੀ ਕਹਿੰਦੀ ਹੈ? ਇਹਦੇ ਵਿੱਚ ਕਾਨੂੰਨ ਦੀ ਬਰਾਬਰ ਸੁਰੱਖਿਆ, ਕਾਨੂੰਨ ਦੇ ਸਾਹਮਣੇ ਸਮਾਨਤਾ, ਆਰਥਿਕ ਸਰੋਤਾਂ ਦੀ ਬਰਾਬਰ ਵੰਡ, ਕਾਨੂੰਨ ਦੇ ਸਾਹਮਣੇ ਸਮਾਨਤਾ ਤੇ ਕਾਨੂੰਨ ਦੀ ਬਰਾਬਰ ਸੁਰੱਖਿਆ। ਤਾਂ ਹੁਣ ਜਿਹੜਾ ਆਰਟੀਕਲ ਨੰਬਰ 14 ਹੈ ਸਾਡਾ, ਇਹ 14 ਹੈ ਮਤਲਬ ਆਰਟੀਕਲ ਨੰਬਰ 14 ਜਿਹੜਾ, ਤਾਂ ਇਹ ਸਾਨੂੰ ਸਾਰੇ ਨਾਗਰਿਕਾਂ ਨੂੰ ਕਾਨੂੰਨ ਦੇ ਸਾਹਮਣੇ ਕੀ ਕਰਦਾ ਹੈਗਾ, ਸਮਾਨਤਾ ਪ੍ਰਦਾਨ ਕਰਦਾ ਹੈਗਾ। ਤਾਂ ਇਹਦਾ ਆਨਸਰ ਆਊਗਾ ਜੀ ਸੈਕੰਡ ਆਨਸਰ। ਸੈਕੰਡ ਦੇਖਦੇ ਹਾਂ, ਹੇਠਾਂ ਦਿੱਤੇ ਆਧਾਰਾਂ ਵਿੱਚੋਂ ਰਾਜ ਕਿਸ ਆਧਾਰ ਤੇ ਭਾਰਤੀ ਸੰਵਿਧਾਨ ਦੇ ਅਨੁਛੇਦ 15 ਦੇ ਤਹਿਤ ਭੇਦਭਾਵ ਤੇ ਰੋਕ ਨਹੀਂ ਕਰਦਾ ਹੈ? ਉਹ ਜਿਹੜਾ ਆਰਟੀਕਲ ਨੰਬਰ 15 ਹੈ, ਤਾਂ ਆਰਟੀਕਲ ਨੰਬਰ ਜਿਹੜਾ 15 ਹੈ ਇਹਦੇ ਅਨੁਸਾਰ ਕਿਸੇ ਵੀ ਵਿਅਕਤੀ ਨਾਲ ਜਿਹੜਾ ਰਾਜ ਹੈ ਜਾਂ ਰਾਜ ਦੀ ਕੋਈ ਵੀ ਸੰਸਥਾ ਹੈ ਜਾਂ ਰਾਜ ਦੇ ਬਾਉਂਡਰੀ ਦੇ ਵਿੱਚ, ਰਾਜ ਦੇ ਏਰੀਆ ਦੇ ਵਿੱਚ ਤੁਸੀਂ ਆਰਟੀਕਲ ਨੰਬਰ 15 ਦੇ ਅਨੁਸਾਰ ਕਿਸੇ ਵੀ ਲੈਵਲ ਤੇ, ਕਿਸੇ ਵੀ ਲੈਵਲ ਮਤਲਬ ਲਿੰਗ, ਜਾਤੀ, ਧਰਮ, ਉਹਦਾ ਮੂਲ ਸਥਾਨ ਤੇ ਉਹਦੇ ਤੁਸੀਂ ਖੇਤਰ ਦੇ ਆਧਾਰ ਤੇ, ਖੇਤਰ ਲਿੰਗ, ਜਾਤੀ, ਧਰਮ, ਸਥਾਨ, ਖੇਤਰ ਜਾਂ ਨਸਲ ਦੇ ਆਧਾਰ ਤੇ ਤੁਸੀਂ ਇਸ ਆਧਾਰ ਤੇ ਵਿਤਕਰਾ ਜਿਹੜਾ ਉਹ ਨਹੀਂ ਕਰ ਸਕਦੇ ਹੈਗੇ। ਤਾਂ ਇਹਦੇ ਵਿੱਚੋਂ ਦੇਖੋ ਇਹ ਨਾ ਇੱਥੇ ਜਿਹੜਾ ਮੂਲ ਰੂਪ ਲਿਖਿਆ ਨਾ ਇੱਥੇ ਇਹ ਆਊਗਾ ਮੂਲ ਵੰਸ਼, ਮੂਲ ਵੰਸ਼। ਤਾਂ ਹੁਣ ਇਹਦੇ ਅਕੋਰਡਿੰਗ ਜਿਹੜਾ ਆਨਸਰ ਬਣੂਗਾ ਜਨਮ ਸਥਾਨ, ਇਹ ਵੀ ਠੀਕ ਹੈ, ਮਤਲਬ ਇਹਦੇ ਆਧਾਰ ਤੇ ਵਿਤਕਰਾ ਤੁਸੀਂ ਨਹੀਂ ਕਰ ਸਕਦੇ। ਮੂਲ ਵੰਸ਼ ਦੇ ਆਧਾਰ ਤੇ, ਜਾਤੀ ਦੇ ਆਧਾਰ ਤੇ, ਪਰ ਤੁਸੀਂ ਭਾਸ਼ਾ ਦੇ ਆਧਾਰ ਤੇ ਵਿਤਕਰਾ ਕੀਤਾ ਜਾ, ਮਤਲਬ ਭਾਸ਼ਾ ਦੇ ਆਧਾਰ ਤੇ ਤੁਸੀਂ ਕਹਿ ਸਕਦੇ ਹੋ ਵੀ ਇੱਥੇ ਇਹਦੇ ਵਿੱਚ ਇਹਦਾ ਆਰਟੀਕਲ ਨੰਬਰ 15 ਦੇ ਵਿੱਚ ਸ਼ਾਮਿਲ ਜਿਹੜਾ ਨਹੀਂ ਕੀਤਾ ਗਿਆ। ਤਾਂ ਜਿਹੜਾ ਆਰਟੀਕਲ ਨੰਬਰ 15 ਹੈ ਇਹ ਸਾਨੂੰ ਸਮਾਜਿਕ ਸਮਾਨਤਾ ਦੇਣ ਦੀ ਗੱਲ ਕਰਦਾ ਹੈ, ਜਿਹਦੇ ਤਹਿਤ ਸੋਸ਼ਲ ਇਕੁਅਲਿਟੀ ਦੀ ਗੱਲ ਕਰਦਾ ਇਹ ਵੀ ਅਸੀਂ ਕਿਸੇ ਵੀ ਵਿਅਕਤੀ ਨਾਲ ਲਿੰਗ, ਜਾਤੀ, ਧਰਮ, ਨਸਲ ਜਾਂ ਉਹਦੇ ਸਥਾਨ ਦੇ, ਜਨਮ ਸਥਾਨ ਦੇ ਆਧਾਰ ਤੇ ਵਿਤਕਰਾ ਅਸੀਂ ਨਹੀਂ ਕਰ ਸਕਦੇ ਹੈਗੇ। ਠੀਕ ਹੈ, ਤਾਂ ਸਮਾਜਿਕ ਜਿਹੜੀ ਗੈਰ ਸਮਾਨਤਾ ਉਹਨੂੰ ਖਤਮ ਕਰਨ ਦੀ ਗੱਲ ਕਰਦਾ ਹੈਗਾ ਤੇ ਸਮਾਜ ਦੇ ਵਿੱਚ ਬਰਾਬਰਤਾ ਦੀ ਗੱਲ ਕਰਦਾ ਹੈਗਾ। ਆਰਟੀਕਲ ਨੰਬਰ 3 ਕੀ ਕਹਿ ਰਿਹਾ, ਸੰਵਿਧਾਨ ਦੀ ਕਿਹੜੀ ਧਾਰਾ ਤਹਿਤ ਕੇਂਦਰ ਸਰਕਾਰ ਨੇ ਸਮਾਜ ਦੇ ਕਮਜ਼ੋਰ ਵਰਗਾਂ ਨੂੰ ਨੌਕਰੀ ਅਤੇ ਵਿੱਦਿਅਕ ਅਦਾਰਿਆਂ ਦੇ ਵਿੱਚ ਰਾਖਵਾਂਕਰਨ ਜਿਹੜਾ ਸੀ ਉਹ ਦੇਣਾ ਹੈ? ਤਾਂ ਆਰਟੀਕਲ 14, 16, 46 ਜਾਂ ਫਿਰ 19। ਤਾਂ ਇਹ ਆਰਟੀਕਲ ਨੰਬਰ ਆਊਗਾ 16। ਆਰਟੀਕਲ ਨੰਬਰ 16 ਦੇ ਅਕੋਰਡਿੰਗ ਜਿਹੜੀ ਸਰਕਾਰ ਹੈ ਜਾਂ ਸੰਵਿਧਾਨ ਹੈ ਸਾਡਾ, ਸਰਕਾਰ ਨਹੀਂ ਸਰਕਾਰ ਜਿਹੜਾ ਸੰਵਿਧਾਨ ਹੈ, ਸੰਵਿਧਾਨ ਦੇ ਅਨੁਸਾਰ ਹੀ ਸਰਕਾਰ ਨੇ ਕੀ ਕਰਨੀ ਹੁੰਦੀ ਹੈ, ਰਾਖਵਾਂਕਰਨ ਦੇਣਾ ਹੁੰਦਾ ਹੈ। ਤਾਂ ਆਰਟੀਕਲ ਨੰਬਰ 16 ਦੇ ਅਨੁਸਾਰ ਰਾਖਵਾਂਕਰਨ ਪ੍ਰਦਾਨ ਕੀਤਾ ਜਾਂਦਾ ਹੈ। ਸਭ ਤੋਂ ਪਹਿਲਾਂ SC ਤੇ ST ਨੂੰ ਰਾਖਵਾਂਕਰਨ ਪ੍ਰਦਾਨ ਕੀਤਾ ਗਿਆ ਸੀਗਾ ਸਾਡੇ ਮੂਲ ਸੰਵਿਧਾਨ ਦੇ ਵਿੱਚ, ਤੇ ਉਸ ਤੋਂ ਬਾਅਦ ਤੁਹਾਨੂੰ ਪਤਾ ਵੀ 1978 ਦੇ ਵਿੱਚ BP ਮੰਡਲ ਕਮਿਸ਼ਨ ਬਣਦਾ ਹੈ, ਜਿਹਦੇ ਤਹਿਤ ਜਿਹੜੀ ਸਾਡੀ ਪੱਛਮੀਆਂ ਸ਼੍ਰੇਣੀਆਂ ਨੇ ਜਾਂ OBC ਨੇਗੇ, OBC ਨੂੰ ਰਾਖਵਾਂਕਰਨ ਦੇਣ ਦੀ ਸਿਫਾਰਿਸ਼ ਕੀਤੀ ਗਈ ਸੀ 27%। ਉਸ ਟਾਈਮ ਤਾਂ ਨਹੀਂ ਮਿਲਿਆ ਸੀ ਇਹਨੂੰ 1978 ਦੇ ਵਿੱਚ, ਪਰ 1990 ਦੇ ਵਿੱਚ ਜਦੋਂ BP ਸਿੰਘ ਦੀ ਸਰਕਾਰ ਆਉਂਦੀ ਹੈ ਤਾਂ ਉਸ ਤੋਂ ਬਾਅਦ OBC ਨੂੰ ਰਾਖਵਾਂਕਰਨ ਪ੍ਰਦਾਨ ਕੀਤਾ ਗਿਆ ਸੀ। ਤਾਂ ਤੀਸਰੀ ਕੈਟਾਗਰੀ OBC ਹੋ ਗਈ ਇੱਥੇ, ਤੇ 2019 ਦੇ ਵਿੱਚ ਇੱਕ ਹੋਰ ਕੈਟਾਗਰੀ ਬਣਾ ਕੇ EWS ਇਕਨੋਮਿਕਲ ਵੀਕਰ ਸੈਕਸ਼ਨ ਬਣਾ ਕੇ ਵੀ ਇਹਨਾਂ ਨੂੰ ਜਿਹੜੇ ਆਰਥਿਕ ਤੌਰ ਤੇ ਜਿਹੜੇ ਲੋਕ ਵੀਕ ਨੇਗੇ, ਉਹ ਭਾਵੇਂ ਉਹ ਜਨਰਲ ਕੈਟਾਗਰੀ ਨੂੰ ਬਿਲੋਂਗ ਕਰਦੇ ਨੇ ਪਰ ਉਹ 10% ਰਾਖਵਾਂਕਰਨ ਜਿਹੜਾ ਉਹ ਲੈ ਸਕਦੇ ਨੇ ਆਰਥਿਕ ਆਧਾਰ ਦੇ ਉੱਪਰ। ਠੀਕ ਹੈ, ਤਾਂ 4 ਪ੍ਰਕਾਰ ਦਾ ਹੁਣ ਰਾਖਵਾਂਕਰਨ ਹੋ ਗਿਆ। ਦੇਖੋ SC, ST, OBC ਤੇ EWS, ਤੇ ਸਾਰਾ ਜਿਹੜਾ ਰਾਖਵਾਂਕਰਨ ਦਿੱਤਾ ਜਾਂਦਾ ਇਹ ਆਰਟੀਕਲ ਨੰਬਰ 16 ਦੇ ਤਹਿਤ ਹੀ ਦਿੱਤਾ ਜਾਂਦਾ ਹੈ।
ਭਾਰਤੀ ਸੰਵਿਧਾਨ ਵਿੱਚੋਂ ਹੇਠ ਲਿਖੀ ਕਿਹੜੀ ਧਾਰਾ ਵਿੱਚੋਂ ਛੂਤ-ਛਾਤ ਦੀ ਪੂਰੀ ਤਰ੍ਹਾਂ ਮਨਾਹੀ ਕਰਦਾ ਹੈ, ਜਾਂ ਇਹ ਕਹ ਲਓ ਵੀ ਛੂਤ-ਛਾਤ ਨੂੰ ਖਤਮ ਕਰਦਾ ਹੈ? ਤਾਂ ਆਰਟੀਕਲ ਨੰਬਰ 14, 18, 17 ਤੇ ਫਿਰ 19। ਹੁਣ ਦੇਖੋ ਇਹ ਆਊਗਾ, ਇਹਦਾ ਆਂਸਰ ਆਊਗਾ ਆਰਟੀਕਲ ਨੰਬਰ 17। ਆਰਟੀਕਲ ਨੰਬਰ 17 ਦੇ ਤਹਿਤ ਇਹ ਵੀ ਇੱਕ ਸੋਸ਼ਲ ਜਿਹੜੀ ਇਕੁਅਲਿਟੀ ਨੂੰ ਖਤਮ ਕਰਨ ਦੇ ਲਈ ਆਰਟੀਕਲ ਸਾਡਾ ਸੰਵਿਧਾਨ ਦੇ ਵਿੱਚ ਪਾਇਆ ਗਿਆ ਹੈਗਾ, ਤਾਂ ਕਿ ਕਿਸੇ ਵੀ ਵਿਅਕਤੀ ਨਾਲ ਜਾਤੀ ਦਾ ਆਰਥਿਕ ਵਿਤਕਰਾ ਨਾ ਹੋ ਸਕੇ। ਛੂਤ-ਛਾਤ ਨੂੰ ਖਤਮ ਕੀਤਾ ਗਿਆ, ਅਨਟੱਚੇਬਿਲਿਟੀ ਨੂੰ ਖਤਮ ਕੀਤਾ ਗਿਆ। ਠੀਕ ਹੈ, ਤੇ ਇਹ ਆਊਗਾ ਜੀ ਆਰਟੀਕਲ ਨੰਬਰ 17। 5 ਨੰਬਰ ਕੁਐਸਚਨ ਕੀ ਕਹਿ ਰਿਹਾ? ਸੰਵਿਧਾਨ ਦੇ ਅਨੁਛੇਦ 17 ਅਤੇ 18 ਹੇਠ ਲਿਖਿਆਂ ਵਿੱਚੋਂ ਕਿਹੜੀ ਵਿਵਸਥਾਵਾਂ ਹੁੰਦੇ ਹਨ? ਸਮਾਜਿਕ, ਆਰਥਿਕ, ਸਮਾਜਿਕ, ਆਰਥਿਕ, ਰਾਜਨੀਤਿਕ ਤੇ ਧਾਰਮਿਕ। ਹੁਣ ਜਿਹੜਾ ਆਰਟੀਕਲ ਨੰਬਰ 14 ਤੋਂ ਲੈ ਕੇ 18 ਤੱਕ ਹੈ, ਤਾਂ ਇਹਦੇ ਵਿੱਚ ਸਮਾਨਤਾ ਦੀ ਗੱਲ ਕੀਤੀ ਗਈ ਹੈ। ਠੀਕ ਹੈ, ਸਮਾਨਤਾ ਦੀ ਗੱਲ ਕੀਤੀ ਗਈ ਹੈ। ਹੁਣ ਆਰਟੀਕਲ ਨੰਬਰ 17 ਕੀ ਕਹਿੰਦਾ ਹੈ? ਛੂਆ-ਛਾਤ ਤੋਂ ਖਾਤਮਾ ਦੀ ਗੱਲ ਕਰਦਾ ਹੈ। ਤੇ ਆਰਟੀਕਲ ਨੰਬਰ 18 ਕੀ ਕਹਿੰਦਾ ਹੈ? ਆਰਟੀਕਲ ਨੰਬਰ 18 ਉਪਾਧੀਆਂ ਦੇ ਅੰਤ ਦੀ ਗੱਲ ਕਰਦਾ ਹੈ। ਤਾਂ ਹੁਣ ਇਹ ਕਾਹਦੇ ਵਾਸਤੇ ਕੀਤਾ ਗਿਆ ਹੈ? ਛੂਆ-ਛਾਤ ਨੂੰ ਕਿਉਂ ਖਤਮ ਕੀਤਾ ਗਿਆ? ਉਪਾਧੀਆਂ ਦਾ ਅੰਤ ਕਿਉਂ ਕੀਤਾ ਗਿਆ? ਤਾਂ ਕਿ ਅਸੀਂ ਸਮਾਜ ਦੇ ਵਿੱਚ ਇਕੁਅਲਿਟੀ ਲਿਆ ਸਕੀਏ, ਅਸੀਂ ਸਮਾਜਿਕ ਸਮਾਨਤਾ ਦੇ ਸਕੀਏ, ਆਪਣੇ ਲੋਕਾਂ ਨੂੰ ਸਮਾਜਿਕ ਸਮਾਨਤਾ ਦੇ ਕੇ ਸਮਾਜਿਕ ਬਰਾਬਰਤਾ ਕਰ ਸਕੀਏ ਅਸੀਂ। ਤਾਂ ਇੱਥੇ ਦਾ ਆਨਸਰ ਆਊਗਾ ਜੀ ਫਸਟ, ਸਮਾਜਿਕ ਸਮਾਨਤਾ ਦੀ ਗੱਲ ਕਰਦਾ ਹੈ। ਠੀਕ ਹੈ, ਧਾਰਮਿਕ ਸਮਾਨਤਾ ਦੀ ਗੱਲ ਤਾਂ ਦੇਖੋ ਜਿਹੜੀ ਕੀਤੀ ਜਾਂਦੀ ਹੈ ਉਹ ਸਾਡੇ ਆਰਟੀਕਲ ਨੰਬਰ 25 ਤੋਂ 28 ਤੱਕ ਕੀਤੀ ਜਾਂਦੀ ਹੈ। ਆਰਥਿਕ ਸਮਾਨਤਾ ਦੀ ਗੱਲ ਨਹੀਂ ਹੋਈ ਸਾਡੇ ਸੰਵਿਧਾਨ ਦੇ ਵਿੱਚ, ਨਾ ਰਾਜਨੀਤਿਕ ਸਮਾਨਤਾ ਦੀ ਗੱਲ ਇੱਥੇ ਕੀਤੀ ਜਾਂਦੀ ਹੈ। ਠੀਕ ਹੈ, ਆਰਟੀਕਲ ਨੰਬਰ 19 ਕਿੰਨੇ ਪ੍ਰਕਾਰ ਦੀ ਸਾਨੂੰ ਸੁਤੰਤਰਤਾ ਦੀ ਗੱਲ ਕਰਦਾ ਹੈਗਾ? ਆਰਟੀਕਲ ਨੰਬਰ 19 ਦੇ ਵਿੱਚ ਸਾਨੂੰ ਪਤਾ ਹੈ ਜੀ, ਆਰਟੀਕਲ ਜਿਹੜਾ 19 ਹੈ ਉਹਦੇ ਵਿੱਚ 6 ਪ੍ਰਕਾਰ ਦੀ ਸੁਤੰਤਰਤਾ ਦੀ ਗੱਲ ਕੀਤੀ ਗਈ ਹੈ। 6 ਪ੍ਰਕਾਰ ਦੀ ਸੁਤੰਤਰਤਾ, ਜਿਵੇਂ ਵਿਚਾਰ ਅਤੇ ਸਾਨੂੰ ਸਵੈ ਪ੍ਰਗਟਾਵੇ ਦੀ ਸੁਤੰਤਰਤਾ ਮਿਲਦੀ ਹੈ, ਤੇ ਇਸ ਤੋਂ ਬਾਅਦ ਸਾਨੂੰ ਸੰਘ ਜਾਂ ਪਾਰਟੀ ਬਣਾਉਣ ਦੀ ਸੁਤੰਤਰਤਾ ਮਿਲਦੀ ਹੈ। ਠੀਕ ਹੈ, ਅਸੀਂ ਅਸ਼ਾਂਤੀ ਰੂਪ ਦੇ ਨਾਲ ਕਿਸੇ ਪ੍ਰਕਾਰ ਦਾ ਜਿਹੜਾ ਪ੍ਰਦਰਸ਼ਨ ਕਰ ਸਕਦੇ ਹਾਂ, ਅਹਿੰਸਕ ਅੰਦੋਲਨ ਕਰ ਸਕਦੇ ਹਾਂ ਅਸੀਂ। ਰਹਿਣ ਦੀ ਸਾਨੂੰ ਭਾਰਤ ਦੇ ਵਿੱਚ, ਠੀਕ ਹੈ, ਘੁੰਮਣ ਫਿਰਨ ਦੀ ਆਜ਼ਾਦੀ ਸਾਨੂੰ ਮਿਲਦੀ ਹੈ, ਜਾਂ ਫਿਰ ਸਾਨੂੰ ਕਿਸੇ ਵੀ ਪ੍ਰਕਾਰ ਦਾ ਵਪਾਰ ਕਰਨ ਦੀ ਆਜ਼ਾਦੀ ਮਿਲਦੀ ਹੈ। ਠੀਕ ਹੈ, ਤਾਂ ਇਹ ਸਾਨੂੰ ਮੂਲ ਸੰਵਿਧਾਨ ਦੇ ਵਿੱਚ 6 ਪ੍ਰਕਾਰ ਦੀ ਸੁਤੰਤਰਤਾ ਦੀ ਆਰਟੀਕਲ ਨੰਬਰ 2 ਤਹਿਤ ਸਾਨੂੰ ਪ੍ਰਦਾਨ ਹੁੰਦੀ ਹੈ। ਇਹਦਾ ਹੋਊਗਾ ਜੀ 6 ਸੁਤੰਤਰਤਾ। 7th ਨੰਬਰ ਕੁਐਸਚਨ ਦੇਖਦੇ ਹਾਂ, ਹੇਠ ਲਿਖਿਆਂ ਵਿੱਚੋਂ ਕਿਸ ਅਧਿਕਾਰ ਤਹਿਤ ਪ੍ਰੈਸ ਦੀ ਆਜ਼ਾਦੀ ਦਿੱਤੀ ਗਈ ਹੈ? ਕਾਨੂੰਨ ਦੇ ਸਾਹਮਣੇ ਸਮਾਨਤਾ, ਪ੍ਰਗਟਾਵੇ ਦਾ ਸਿਧਾਂਤ, ਸੰਘੀ ਸੁਤੰਤਰਤਾ ਜਾਂ ਕੰਮ ਦੀ ਸੁਰੱਖਿਆ। ਤਾਂ ਸਾਨੂੰ ਪਤਾ ਵੀ ਪ੍ਰੈਸ ਦੀ ਆਜ਼ਾਦੀ ਸਾਨੂੰ ਮਿਲੀ ਹੈ ਸਾਡੇ ਆਰਟੀਕਲ ਨੰਬਰ 19(1) ਦੇ ਤਹਿਤ। 19(1) ਦੇ ਤਹਿਤ ਪ੍ਰੈਸ ਦੀ ਆਜ਼ਾਦੀ ਸਾਨੂੰ ਮੂਲ ਸੰਵਿਧਾਨ, ਮੂਲ ਅਧਿਕਾਰ ਨਹੀਂ ਹੈਗਾ ਸਾਡਾ। ਵੈਸੇ ਇਹ ਮੂਲ ਅਧਿਕਾਰ ਤਾਂ ਸਾਡਾ ਵਿਚਾਰ ਅਤੇ ਸਵੈ ਪ੍ਰਗਟਾਵੇ ਦੀ ਸੁਤੰਤਰਤਾ ਹੀ ਹੈ। ਠੀਕ ਹੈ, ਪਰ ਇਸ ਮੂਲ ਅਧਿਕਾਰ ਦੇ ਤਹਿਤ ਹੀ ਸਾਨੂੰ ਜਿਹੜੀ ਪ੍ਰੈਸ ਦੀ ਆਜ਼ਾਦੀ ਮਿਲੀ ਹੋਈ ਹੈਗੀ। ਠੀਕ ਹੈ, ਤਾਂ ਇਹਨੂੰ ਅਸੀਂ ਨਾਲ ਜੋੜ ਕੇ ਇਹਦੇ ਆਜ਼ਾਦੀ ਨੂੰ ਹਾਸਲ ਕਰਦੇ ਹੁੰਦੇ ਹਾਂ। ਸਵੈ ਪ੍ਰਗਟਾਵੇ ਅਤੇ ਵਿਚਾਰ ਦੀ ਸੁਤੰਤਰਤਾ ਦੇ ਨਾਲ ਹੀ ਸਾਨੂੰ ਜਿਹੜੀ ਉਹ ਪ੍ਰੈਸ ਦੀ ਆਜ਼ਾਦੀ ਮਿਲੀ ਹੋਈ। ਅਲੱਗ ਤੌਰ ਤੇ ਇਹਦਾ ਆਜ਼ਾਦੀ ਦਾ ਵਰਣਨ ਸਾਨੂੰ, ਪ੍ਰੈਸ ਦੀ ਆਜ਼ਾਦੀ ਦਾ ਵਰਣਨ ਸਾਨੂੰ ਨਹੀਂ ਕੀਤਾ ਗਿਆ ਇਹਦੇ ਵਿੱਚ। ਠੀਕ ਹੈ, ਤੇ ਇਹਦਾ ਆਨਸਰ ਆਊਗਾ ਸਾਡਾ ਸੈਕੰਡ ਆਨਸਰ, 7 ਦਾ ਸੈਕੰਡ ਆਨਸਰ। 8th ਨੰਬਰ ਕੁਐਸਚਨ ਦੇਖੋ ਜੀ, ਭਾਰਤੀ ਸੰਵਿਧਾਨ ਦੇ ਅਨੁਛੇਦ 20 ਦੇ ਤਹਿਤ ਅਪਰਾਧਾਂ ਲਈ ਦੋਸ਼ੀ ਠਹਿਰਾਉਣ ਦੇ ਸੰਬੰਧ ਵਿੱਚ ਸੁਰੱਖਿਆ ਦਾ ਹਵਾਲਾ ਦਿੱਤਾ ਗਿਆ ਹੈ। ਠੀਕ ਹੈ, ਆਰਟੀਕਲ ਨੰਬਰ 20 ਇਹ ਕਹਿੰਦਾ ਹੈ ਵੀ ਕੋਈ ਵੀ ਵਿਅਕਤੀ ਜਿਹੜਾ ਅਪਰਾਧੀ ਵੀ ਘੋਸ਼ਿਤ ਹੋ ਚੁੱਕਿਆ ਹੈ, ਉਹਦੇ ਵੀ ਅਧਿਕਾਰ ਹੁੰਦੇ ਨੇਗੇ, ਉਹਦੇ ਵੀ ਮੌਲਿਕ ਅਧਿਕਾਰ ਹੁੰਦੇ ਨੇ। ਤਾਂ ਇਹ ਕਿੱਥੇ ਦਾ ਹਵਾਲਾ ਦਿੱਤਾ ਗਿਆ? ਭਾਰਤੀ ਨਾਗਰਿਕਾਂ ਦੇ ਮੂਲ ਅਧਿਕਾਰਾਂ ਦੇ ਵਿੱਚ, ਸੰਘ ਸਰਕਾਰ ਦੇ ਤਹਿਤ, ਰਾਜ ਸਰਕਾਰ ਦੇ ਜਾਂ ਡਾਇਰੈਕਟਿਵ ਪ੍ਰਿੰਸੀਪਲ ਆਫ ਸਟੇਟ ਪਾਲਿਸੀ ਤਹਿਤ ਦਿੱਤਾ ਗਿਆ ਹੈ। ਤਾਂ ਸਾਨੂੰ ਪਤਾ ਜਿਹੜਾ ਆਰਟੀਕਲ ਨੰਬਰ 20 ਹੈ ਇਹ ਸਾਡੇ ਮੂਲ ਅਧਿਕਾਰਾਂ ਦੇ ਵਿੱਚ ਹੀ ਸ਼ਾਮਿਲ ਕੀਤਾ ਜਾਂਦਾ, ਤਾਂ ਸਾਡਾ ਮੂਲ ਅਧਿਕਾਰ ਹੈ। ਹੁਣ ਆਰਟੀਕਲ ਨੰਬਰ 20 ਹੈ, ਆਰਟੀਕਲ ਨੰਬਰ 20 ਦੇ ਤਹਿਤ ਕਿਸੇ ਵੀ ਵਿਅਕਤੀ ਨੂੰ ਦੋਹਰੀ ਸਜ਼ਾ ਨਹੀਂ ਦਿੱਤੀ ਜਾ ਸਕਦੀ। ਆਰਟੀਕਲ ਨੰਬਰ 20 ਦੇ ਤਹਿਤ ਕਿਸੇ ਵੀ ਵਿਅਕਤੀ ਨੂੰ ਸਜ਼ਾ ਦਿੱਤੀ ਜਾਊਗੀ, ਜਿਹੜਾ ਮੌਜੂਦਾ ਕਾਨੂੰਨ ਹੈ ਉਹਦੇ ਅਕੋਰਡਿੰਗ ਸਜ਼ਾ ਦਿੱਤੀ ਜਾਂਦੀ ਹੈ। ਤੇ ਕਿਸੇ ਵੀ ਵਿਅਕਤੀ ਨੂੰ ਆਪਣੇ ਖੁਦ ਦੇ ਖਿਲਾਫ ਗਵਾਹੀ ਦੇਣ ਲਈ ਮਜਬੂਰ ਨਹੀਂ ਕੀਤਾ ਜਾ ਸਕਦਾ। 3 ਮੇਨ ਇਹਦੇ ਵਿੱਚ ਗੱਲਾਂ ਕੀਤੀਆਂ ਗਈਆਂ ਨੇ ਆਰਟੀਕਲ ਨੰਬਰ 20 ਦੇ ਵਿੱਚ। ਨੈਕਸਟ ਗੱਲ ਕਰਦੇ ਨਿਜਤਾ ਦਾ ਜਿਹੜਾ ਅਧਿਕਾਰ ਹੈ ਕਿਸ ਸੰਵਿਧਾਨ ਦੇ ਤਹਿਤ ਆਉਂਦਾ ਹੈ? ਲਾਈਫ ਐਂਡ ਪਰਸਨਲ ਲਿਬਰਟੀ ਦਾ ਜਿਹੜਾ ਅਧਿਕਾਰ ਸਾਨੂੰ ਉਹ ਆਰਟੀਕਲ ਨੰਬਰ 19 ਦੇ ਵਿੱਚ ਮਿਲਿਆ, 20 ਦੇ ਵਿੱਚ ਮਿਲਿਆ, 21 ਜਾਂ ਫਿਰ ਆਰਟੀਕਲ 18 ਨੰਬਰ ਦੇ ਵਿੱਚ ਮਿਲਿਆ। ਤਾਂ ਇਹ ਮਿਲਿਆ ਸਾਨੂੰ ਆਰਟੀਕਲ ਨੰਬਰ 21 ਦੇ ਵਿੱਚ। ਠੀਕ ਹੈ, ਲਾਈਫ ਐਂਡ ਪਰਸਨਲ ਲਿਬਰਟੀ ਦਾ ਜਿਹੜਾ ਅਧਿਕਾਰ ਸਾਨੂੰ ਮਿਲਿਆ ਹੋਏਗਾ ਉਹ ਆਰਟੀਕਲ ਨੰਬਰ 21 ਦੇ ਵਿੱਚ ਮਿਲਿਆ ਹੋਇਆ ਹੈ। ਠੀਕ ਹੈ, ਜਿਹਦੇ ਤਹਿਤ ਸਾਨੂੰ ਜਿਹੜਾ ਨਿਜਤਾ ਅਧਿਕਾਰ ਉਹ ਮਿਲਦਾ ਹੁੰਦਾ ਹੈ। ਨੈਕਸਟ ਹੈ 10 ਨੰਬਰ ਕੁਐਸਚਨ, ਭਾਰਤੀ ਸੰਵਿਧਾਨ ਦੇ ਅਨੁਸਾਰ ਜੀਵਨ ਦਾ ਅਧਿਕਾਰ ਕੀ ਹੈ? ਰਾਜਨੀਤਿਕ ਅਧਿਕਾਰ ਹੈ, ਆਰਥਿਕ ਹੈ, ਮੂਲ ਹੈ। ਹੁਣ ਆਪਾਂ ਮੂਲ ਅਧਿਕਾਰਾਂ ਦੀ ਗੱਲ ਕਰ ਰਹੇ ਹਾਂ ਤਾਂ ਇੱਥੇ ਮੂਲ ਅਧਿਕਾਰ ਆਊਗਾ ਇਹਦਾ। ਠੀਕ ਹੈ, ਕਿਉਂਕਿ ਲਾਈਫ ਐਂਡ ਪਰਸਨਲ ਲਿਬਰਟੀ, ਨਿਜਤਾ ਅਧਿਕਾਰ ਆਪਾਂ ਪਹਿਲਾਂ ਗੱਲ ਕਰ ਚੁੱਕੇ, ਲਾਈਫ ਦਾ ਅਧਿਕਾਰ ਹੀ ਸਾਨੂੰ ਮਿਲਦਾ ਹੈ। ਇੱਥੇ ਮਰਨ ਦਾ ਅਧਿਕਾਰ ਜਾਂ ਮੌਤ ਦਾ ਅਧਿਕਾਰ ਸਾਨੂੰ ਨਹੀਂ ਮਿਲਦਾ ਇੱਥੇ। ਠੀਕ ਹੈ, ਤਾਂ ਇਹਦਾ ਆਨਸਰ ਆਊਗਾ ਜੀ 3। ਸਾਡੇ ਦੇਸ਼ ਵਿੱਚ ਸਿੱਖਿਆ ਦਾ ਅਧਿਕਾਰ ਕੀ ਹੈ? ਰਾਜਨੀਤਿਕ ਹੈ, ਮੂਲ ਹੈ, ਸਮਾਜਿਕ ਹੈ ਜਾਂ ਫਿਰ ਕਾਨੂੰਨੀ ਹੈ? ਤਾਂ ਦੇਖੋ ਇਹ ਮੂਲ ਅਧਿਕਾਰ ਹੀ ਹੈਗਾ। ਸਾਨੂੰ ਪਤਾ ਹੈ ਵੀ ਆਰਟੀਕਲ ਨੰਬਰ ਜਿਹੜਾ ਪਹਿਲਾਂ ਇਹ ਮੂਲ ਅਧਿਕਾਰ ਨਹੀਂ ਸੀ, ਤਾਂ ਆਰਟੀਕਲ ਨੰਬਰ 21A ਦੇ ਤਹਿਤ 86 ਅਮੈਂਡਮੈਂਟ ਜਿਹੜੀ ਹੋਈ ਸੀ 2002 ਦੇ ਵਿੱਚ, 86 ਅਮੈਂਡਮੈਂਟ 2002 ਦੇ ਤਹਿਤ ਇਹਨੂੰ ਇੱਕ ਮੌਲਿਕ ਅਧਿਕਾਰ ਪ੍ਰਦਾਨ ਕੀਤਾ, ਬਣਾਇਆ ਗਿਆ ਸੀ, ਜਿਹਦੇ ਵਿੱਚ
6 ਤੋਂ ਲੈ ਕੇ ਜਿਹੜੇ 14 ਸਾਲ ਦੇ ਬੱਚੇ ਨੇ ਉਹਨਾਂ ਲਈ ਫ੍ਰੀ ਐਂਡ ਕੰਪਲਸਰੀ ਐਜੂਕੇਸ਼ਨ ਦਾ ਪ੍ਰਬੰਧ ਸੀ ਉਹ ਕੀਤਾ ਗਿਆ ਸੀਗਾ। ਠੀਕ ਹੈ, ਤਾਂ ਇਹਦਾ ਆਊਗਾ ਜੀ ਆਨਸਰ 2। 12 ਨੰਬਰ ਕੁਐਸਚਨ ਦੇਖੋ, ਭਾਰਤੀ ਸੰਵਿਧਾਨ ਕਿਸ ਉਮਰ ਤੱਕ ਦੇ ਬੱਚਿਆਂ ਨੂੰ ਮੁਫਤ ਅਤੇ ਲਾਜ਼ਮੀ ਸਿੱਖਿਆ ਪ੍ਰਦਾਨ ਕਰਦਾ ਹੈ? 10 ਸਾਲ, 14 ਸਾਲ, 18 ਜਾਂ ਫਿਰ 21 ਸਾਲ। ਤਾਂ ਇਹਦੇ ਵਿੱਚ ਪ੍ਰਦਾਨ ਕੀਤੀ ਗਈ ਹੈ ਜੀ 14 ਸਾਲ ਤੱਕ ਦੀ ਸਿੱਖਿਆ, 14 ਸਾਲ ਦੇ ਬੱਚਿਆਂ ਤੱਕ। 13 ਨੰਬਰ, ਕੋਈ ਵਿਅਕਤੀ ਕਾਰਖਾਨਿਆਂ ਤੇ ਖਾਨਾ ਵਿੱਚ ਕੰਮ ਨਹੀਂ ਕਰਦਾ ਜੇਕਰ ਉਸ ਦੀ ਉਮਰ ਜ਼ਿਆਦਾ ਨਹੀਂ ਹੈ। ਠੀਕ ਹੈ, ਕਿੰਨੇ ਸਾਲ ਤੋਂ ਹੈ? 14, 12, 18 ਜਾਂ ਫਿਰ 20। ਤਾਂ ਇਹਦਾ ਆਨਸਰ ਆਊਗਾ ਜੀ 14 ਟੂ ਆਨਸਰ। ਹੁਣ ਜਿਹੜਾ ਆਰਟੀਕਲ ਨੰਬਰ 24 ਹੈ, ਆਰਟੀਕਲ ਨੰਬਰ 24 ਦੇ ਤਹਿਤ ਇਹ ਕਿਹਾ ਗਿਆ ਵੀ ਕੋਈ ਵੀ ਵਿਅਕਤੀ ਜਾਂ ਕੋਈ ਵੀ ਬੱਚਾ ਜਿਹਦੀ ਉਮਰ 14 ਸਾਲ ਤੋਂ ਘੱਟ ਹੈ ਉਹਨੂੰ ਤੁਸੀਂ ਕੋਈ ਇਸ ਤਰ੍ਹਾਂ ਦਾ ਕੰਮ ਨਹੀਂ ਕਰਵਾ ਸਕਦੇ ਜਿਹਦੇ ਨਾਲ ਉਹਦੀ ਫਿਜ਼ੀਕਲ ਜਾਂ ਫਿਰ ਉਹਦੀ ਮੈਂਟਲ, ਠੀਕ ਹੈ, ਜਾਂ ਉਹਦਾ ਸਰੀਰਕ ਜਾਂ ਫਿਰ ਉਹਦਾ ਮਾਨਸਿਕ ਜਿਹੜਾ ਵਿਕਾਸ ਆ ਉਹ ਪ੍ਰਭਾਵਿਤ ਹੁੰਦਾ ਹੋਵੇ। ਤਾਂ ਇਹ ਆਰਟੀਕਲ ਨੰਬਰ 24 ਦੇ ਵਿੱਚ ਆਉਂਦਾ ਹੈ। 14 ਨੰਬਰ ਕੁਐਸਚਨ ਦੇਖਦੇ, ਹੇਠ ਲਿਖਿਆਂ ਵਿੱਚ ਕਿਹੜੀ ਧਾਰਾਵਾਂ ਵਿੱਚੋਂ ਕਿਸ ਵਿੱਚ ਘੱਟ ਗਿਣਤੀਆਂ ਦੇ ਹਿੱਤਾਂ ਲਈ ਵਿਵਸਥਾਵਾਂ ਕੀਤੀਆਂ ਗਈਆਂ ਹਨ? ਤਾਂ ਘੱਟ ਗਿਣਤੀਆਂ ਮਤਲਬ ਮਿਨੋਰਟੀਜ਼ ਜਾਂ ਜਿਹਨੂੰ ਅਸੀਂ ਅਲਪਸੰਖਿਅਕ ਬੋਲਦੇ ਨੇ, ਤਾਂ ਇਹਨਾਂ ਦੇ ਜਿਹੜੇ ਹਿੱਤ ਨੇ ਜਾਂ ਉਹਨਾਂ ਦੇ ਅਧਿਕਾਰ ਨੇ ਕਿੱਥੇ ਇਹਦਾ ਵਰਣਨ ਕੀਤਾ ਗਿਆ? 14 ਨੰਬਰ, 19 ਨੰਬਰ, 29 ਨੰਬਰ ਜਾਂ ਫਿਰ 32 ਨੰਬਰ। ਆ ਜਿਹੜੇ ਘੱਟ ਗਿਣਤੀ ਨੇ ਇਹਨਾਂ ਦਾ ਵਰਣਨ ਕੀਤਾ ਗਿਆ ਜੀ ਆਰਟੀਕਲ ਨੰਬਰ 29 ਦੇ ਵਿੱਚ। ਠੀਕ ਹੈ, 15 ਨੰਬਰ ਕੁਐਸਚਨ ਦੇਖਦੇ ਹਾਂ, ਭਾਰਤੀ ਸੰਵਿਧਾਨ ਵਿੱਚ ਘੱਟ ਗਿਣਤੀਆਂ ਦੀ ਮਾਨਤਾ ਕਿਸ ਆਧਾਰ ਤੇ ਦਿੱਤੀ ਗਈ? ਧਰਮ ਦੇ ਆਧਾਰ ਤੇ, ਜਾਤੀ, ਭਾਈਚਾਰੇ ਦੀ ਕੁੱਲ ਆਬਾਦੀ ਦਾ ਅਨੁਪਾਤ ਜਾਂ ਫਿਰ ਰੰਗ। ਹੁਣ ਦੇਖੋ ਜਿਹੜਾ ਆਰਟੀਕਲ ਨੰਬਰ 29 ਹੈ ਉਹਦੇ ਵਿੱਚ ਅਲਪ ਸੰਖਿਅਕਾਂ ਦੇ ਅਧਿਕਾਰਾਂ ਦੀ ਗੱਲ ਕੀਤੀ ਗਈ ਹੈ। ਤਾਂ ਅਲਪ ਸੰਖਿਅਕ ਕੀ ਹੁੰਦੇ ਨੇ, ਘੱਟ ਗਿਣਤੀ ਕੀ ਹੁੰਦੇ ਨੇ? ਤਾਂ ਅਲਪ ਸੰਖਿਅਕ ਜਿਹੜੇ ਹੋਣਗੇ ਉਹ ਧਰਮ ਦੇ ਆਧਾਰ ਤੇ ਵੀ ਹੋਣਗੇ ਤੇ ਭਾਸ਼ਾ ਦੇ ਆਧਾਰ ਤੇ ਵੀ ਹੋਣਗੇ। ਭਾਸ਼ਾ ਜਿਹੜੀ ਘੱਟ ਬੋਲੀ ਜਾਂਦੀ ਹੈ, ਧਰਮ ਜਿਹੜਾ ਘੱਟ ਹੈ। ਠੀਕ ਹੈ, ਹਿੰਦੂ ਧਰਮ ਨੂੰ ਛੱਡ ਕੇ ਜਿਵੇਂ ਸਿੱਖ ਹੋ ਗਏ, ਮੁਸਲਿਮ ਹੋ ਗਏ, ਬੁੱਧ ਹੋ ਗਏ, ਜੈਨੀ ਹੋ ਗਏ, ਪਾਰਸੀ ਹੋ ਗਏ, ਸਾਰੇ ਘੱਟ ਗਿਣਤੀ ਦੇ ਵਿੱਚ ਆਉਂਦੇ ਨੇ। ਠੀਕ ਹੈ ਜੀ, ਭਾਸ਼ਾ ਜਿਵੇਂ ਕੋਈ ਘੱਟ ਭਾਸ਼ਾ ਬੋਲੀ ਜਾਂਦੀ ਤਾਂ ਉਹ ਘੱਟ ਦੇ ਵਿੱਚ ਆਊਗੀ। ਠੀਕ ਹੈ, ਤਾਂ ਇੱਥੇ ਇਹਦਾ ਆਨਸਰ, ਇਹਦੇ ਅਕੋਰਡਿੰਗ ਜਿਹੜਾ ਆਨਸਰ ਬਣੂਗਾ ਉਹ ਬਣੂਗਾ ਧਰਮ। 50 ਨੰਬਰ ਦਾ ਧਰਮ। ਤਾਂ ਘੱਟ ਗਿਣਤੀਆਂ ਨੂੰ ਮਾਨਤਾ ਧਰਮ ਦੇ ਆਧਾਰ ਤੇ ਮਿਲਦੀ ਹੈ ਤੇ ਜਾਤੀ ਭਾਸ਼ਾ ਦੇ ਆਧਾਰ ਤੇ ਮਿਲਦੀ ਹੈ। ਠੀਕ ਹੈ, ਹੋਰ ਕਿਸੇ ਵੀ ਆਧਾਰ ਤੇ ਜਿਹੜੀ ਘੱਟ ਗਿਣਤੀ ਉਹ ਭਾਸ਼ਾ ਦੇ ਆਧਾਰ ਤੇ ਉਹ ਭਾਸ਼ਾਈ ਅਲਪ ਸੰਖਿਅਕ ਨੇ ਤੇ ਧਰਮ ਦੇ ਆਧਾਰ ਤੇ ਉਹ ਧਾਰਮਿਕ ਅਲਪ ਸੰਖਿਅਕ ਨੇ। 16 ਨੰਬਰ ਕੁਐਸਚਨ ਕੀ ਕਹਿ ਰਿਹਾ ਹੈ, ਹੇਠ ਲਿਖੇ ਅਧਿਕਾਰਾਂ ਵਿੱਚੋਂ ਕਿਹੜੇ ਅਧਿਕਾਰ ਦੁਆਰਾ ਭਾਰਤੀ ਸੰਵਿਧਾਨ ਨੇ ਮੌਲਿਕ ਅਧਿਕਾਰਾਂ ਦੀ ਰੱਖਿਆ ਕੀਤੀ ਹੈ? ਠੀਕ ਹੈ, ਤਾਂ ਸਮਾਨਤਾ ਦੇ ਅਧਿਕਾਰ ਦੁਆਰਾ, ਸ਼ੋਸ਼ਣ ਦੇ ਵਿਰੁੱਧ ਅਧਿਕਾਰ, ਸੰਵਿਧਾਨਿਕ ਉਪਚਾਰਾਂ ਦਾ ਅਧਿਕਾਰ ਜਿਹੜਾ, ਸਿੱਖਿਆ ਅਤੇ ਸੱਭਿਆਚਾਰਕ ਅਧਿਕਾਰ ਨੇ। ਠੀਕ ਹੈ, ਤਾਂ ਹੁਣ ਤੁਹਾਨੂੰ ਪਤਾ ਜਿਹੜਾ ਆਰਟੀਕਲ ਨੰਬਰ 32 ਹੈ, ਆਰਟੀਕਲ ਨੰਬਰ 32 ਦੇ ਵਿੱਚ ਸੰਵਿਧਾਨਿਕ ਉਪਚਾਰਾਂ ਦਾ ਵਰਣਨ ਕੀਤਾ ਗਿਆ। ਇਹ ਅਧਿਕਾਰ ਸਾਡੇ ਬਾਕੀ ਅਧਿਕਾਰਾਂ ਦੀ ਰੱਖਿਆ ਕਰਦਾ। ਇਸੇ ਕਰਕੇ ਤਾਂ ਹੀ ਡਾਕਟਰ BR ਅੰਬੇਦਕਰ ਨੇ ਇਸ ਸੰਵਿਧਾਨ ਨੂੰ ਸਾਡੇ ਸੰਵਿਧਾਨ ਦੀ ਆਤਮਾ ਦਾ ਵੀ ਨਾਮ ਦਿੱਤਾ ਸੀ। ਠੀਕ ਹੈ, ਤਾਂ ਇਹ ਆਊਗਾ ਜੀ ਥਰਡ ਆਨਸਰ ਇਹਦਾ। ਨੈਕਸਟ ਦੇਖਦੇ ਹਾਂ, ਸੰਵਿਧਾਨਿਕ ਉਪਚਾਰਾਂ ਦਾ ਅਧਿਕਾਰ ਦਾ ਵਰਣਨ ਕਿੱਥੇ ਕੀਤਾ ਗਿਆ? ਤਾਂ ਆਰਟੀਕਲ 34, 31, 32 ਜਾਂ ਫਿਰ 35 ਦੇ ਵਿੱਚ। ਤਾਂ ਆਪਾਂ ਗੱਲ ਕਰ ਚੁੱਕੇ ਹਾਂ ਜੀ ਆਰਟੀਕਲ ਨੰਬਰ 32 ਦੇ ਵਿੱਚ ਹੈ, ਜਿਹਨੂੰ ਡਾਕਟਰ BR ਅੰਬੇਦਕਰ ਨੇ ਇਹਨੂੰ ਸਾਡੇ ਸੰਵਿਧਾਨ ਦੀ ਆਤਮਾ ਦਾ ਵੀ ਨਾਮ ਜਿਹੜਾ ਸੀ ਉਹ ਦਿੱਤਾ ਸੀਗਾ। 18 ਨੰਬਰ ਕੁਐਸਚਨ ਦੇਖਦੇ ਹਾਂ, ਹੇਠ ਲਿਖੇ ਵਿੱਚੋਂ ਕਿਸ ਕੋਲ ਰਿਟ ਜਾਰੀ ਕਰਨ ਦੀ ਸ਼ਕਤੀ ਹੈ? ਹੁਣ ਇਹ ਤੁਹਾਨੂੰ ਪਤਾ ਹੈ ਵੀ ਆਰਟੀਕਲ ਨੰਬਰ ਜਿਹੜਾ 32 ਹੈ, 32 ਆਰਟੀਕਲ ਦੇ ਤਹਿਤ ਤੁਸੀਂ ਸੁਪਰੀਮ ਕੋਰਟ ਜਾ ਸਕਦੇ ਹੋ। ਆਰਟੀਕਲ ਨੰਬਰ 226 ਦੀ ਵਰਤੋਂ ਕਰਦੇ ਹੋ ਤੁਸੀਂ ਹਾਈ ਕੋਰਟ ਜਾ ਸਕਦੇ ਹੋ ਆਪਣੇ ਮੂਲ ਅਧਿਕਾਰਾਂ ਦੀ ਰੱਖਿਆ ਕਰਨ ਦੇ ਲਈ। ਤਾਂ ਹਾਈ ਕੋਰਟ ਤੇ ਸੁਪਰੀਮ ਕੋਰਟ ਜਿਹੜੀਆਂ ਨੇ ਸਾਨੂੰ ਰਿਟ ਜਾਰੀ ਕਰਦੀਆਂ ਨੇਗੀਆਂ, ਬਾਕੀ ਕਿਸੇ ਵੀ ਕੋਰਟਸ ਨੂੰ ਰਿਟ ਜਾਰੀ ਕਰਨ ਦਾ ਅਧਿਕਾਰ ਜਿਹੜਾ ਉਹ ਨਹੀਂ ਹੈ। ਤਾਂ ਇਹਦਾ ਆਨਸਰ ਆਊਗਾ ਜੀ ਹਾਈ ਕੋਰਟ ਅਤੇ ਸੁਪਰੀਮ ਕੋਰਟ। ਸੁਪਰੀਮ ਕੋਰਟ ਦੁਆਰਾ ਕਿੰਨੀਆਂ ਕਿਸਮਾਂ ਦੀ ਰਿਟ ਜਾਰੀ ਕੀਤੀ ਜਾ ਸਕਦੀ ਹੈ? ਤਾਂ ਸੁਪਰੀਮ ਕੋਰਟ ਤੇ ਹਾਈ ਕੋਰਟ ਜਿਹੜੀਆਂ ਨੇ ਇਹ ਕਿੰਨੇ ਪ੍ਰਕਾਰ ਦੀ ਰਿਟ ਜਿਹੜੀ ਜਾਰੀ ਕਰਦੀਆਂ ਹੁੰਦੀਆਂ ਨੇਗੀਆਂ? ਹਾਂਜੀ, ਦੇਖੋ ਜਦੋਂ ਵੀ ਅਸੀਂ ਆਰਟੀਕਲ ਨੰਬਰ 32 ਜਾਂ ਆਰਟੀਕਲ ਨੰਬਰ 226 ਤਹਿਤ ਹਾਈ ਕੋਰਟ ਜਾਂ ਸੁਪਰੀਮ ਕੋਰਟ ਜਾਂਦੇ ਹੁੰਦੇ ਆ, ਸੁਪਰੀਮ ਕੋਰਟ ਦੀ ਪਾਵਰ ਕੰਪੈਰੀਟਿਵ ਟੂ ਹਾਈ ਕੋਰਟ ਦੇ ਮੁਕਾਬਲੇ ਘੱਟ ਹੈ ਰਿਟਾਂ ਦੇ ਸੰਬੰਧ ਵਿੱਚ। ਠੀਕ ਹੈ, ਤੇ ਇੱਥੇ ਰਿਟਾਂ ਜਿਹੜੀ ਸੁਪਰੀਮ ਕੋਰਟ ਵੱਲੋਂ ਜਾਰੀ ਹੁੰਦੀਆਂ ਤਾਂ 2, 3, 5 ਜਾਂ ਫਿਰ 6, ਇਹਦਾ ਆਨਸਰ ਆਊਗਾ ਜੀ 5 ਰਿਟਸ। ਠੀਕ ਹੈ, ਸੁਪਰੀਮ ਕੋਰਟ ਵੱਲੋਂ ਜਿਹੜੀ 5 ਰਿਟਸ ਜਾਰੀ ਕੀਤੀਆਂ ਜਾਂਦੀਆਂ ਨੇਗੀਆਂ। ਤੇ ਰਿਟਾਂ ਹੋਰ ਬਹੁਤ ਸਾਰੇ ਪ੍ਰਕਾਰ ਦੀਆਂ ਹੁੰਦੀਆਂ ਨੇ, ਪਰ ਮੌਲਿਕ ਅਧਿਕਾਰਾਂ ਸੰਬੰਧੀ ਜਿਹੜੀ ਰਿਟਾਂ ਹੁੰਦੀਆਂ ਉਹ 5 ਪ੍ਰਕਾਰ ਦੀ ਹੀ ਹੁੰਦੀਆਂ ਨੇ। ਜਿਵੇਂ ਇਹਦੇ ਵਿੱਚ ਹੈਬੀਅਸ ਕਾਰਪਸ ਅਸੀਂ ਪੜ੍ਹਦੇ ਹੁੰਦੇ ਆ, ਕਿਊ ਵਾਰੰਟੋ ਪੜ੍ਹਦੇ ਹੁੰਦੇ ਆ, ਮੈਂਡੇਮਸ ਪੜ੍ਹਦੇ ਹੁੰਦੇ ਆ, ਸਰਟਿਓਰੈਰੀ ਪੜ੍ਹਦੇ ਆ ਤੇ ਪ੍ਰੋਹਿਬਿਸ਼ਨ ਰਿਟ ਪੜ੍ਹਦੇ ਹੁੰਦੇ ਅਸੀਂ। ਠੀਕ ਹੈ, ਤਾਂ ਇਹ 5 ਪ੍ਰਕਾਰ ਦੇ ਰਿਟਾਂ ਦਾ ਵਰਣਨ ਸਾਡੇ ਸੰਵਿਧਾਨ ਦੇ ਵਿੱਚ ਕੀਤਾ ਗਿਆ ਹੈਗਾ। 20 ਨੰਬਰ ਕੁਐਸਚਨ ਦੇਖਦੇ ਹਾਂ, ਹੇਠਾਂ ਲਿਖਿਆਂ ਵਿੱਚੋਂ ਕਿਹੜੀਆਂ ਹਾਲਾਤਾਂ ਵਿੱਚ ਹੈਬੀਅਸ ਕਾਰਪਸ ਰਿਟ ਜਿਹੜੀ ਜਾਰੀ ਉਹ ਕੀਤੀ ਜਾਂਦੀ ਹੈ? ਸੰਪਤੀ ਦਾ ਨੁਕਸਾਨ, ਵਾਧੂ ਟੈਕਸ ਰਸੀਦਾਂ, ਪੁਲਿਸ ਹਿਰਾਸਤ ਜਾਂ ਪ੍ਰਗਟਾਵੇ ਦੀ ਜਿਹੜੀ ਆਜ਼ਾਦੀ ਦੀ ਉਲੰਘਣਾ ਜਿਹੜੀ ਕੀਤੀ ਜਾਂਦੀ ਹੈ ਤਾਂ ਉਹਦੇ ਤਹਿਤ ਜਿਹੜੀ ਰਿਟ ਜਾਰੀ ਕੀਤੀ ਜਾਂਦੀ ਹੁੰਦੀ ਹੈ। ਕਿਹੜੇ ਤਹਿਤ ਜਾਰੀ ਕੀਤੀ ਜਾਂਦੀ ਹੈ? ਹੁਣ ਇਹਦੇ ਵਿੱਚ ਆਪਸ਼ਨ ਜਿਹੜੀ ਦੇਖ ਰਹੇ ਆਪਾਂ ਹੈਬੀਅਸ ਕਾਰਪਸ ਦੇ ਨਾਲ ਰਿਲੇਟਡ ਇਹਦੇ ਵਿੱਚ ਆਪਸ਼ਨ ਨਹੀਂ ਬਣਦੀ ਹੈ ਕੋਈ ਵੀ। ਠੀਕ ਹੈ, ਕਿਉਂਕਿ ਜਿਹੜੀ ਹੈਬੀਅਸ ਕਾਰਪਸ ਰਿਟ ਜਾਰੀ ਕੀਤੀ ਜਾਂਦੀ ਹੈ ਉਹ ਸਿਰਫ ਸਰਕਾਰੀ ਅਧਿਕਾਰੀ ਦੇ ਖਿਲਾਫ ਜਾਰੀ ਕੀਤੀ ਜਾਂਦੀ ਹੈ, ਪਰ ਇਹਦੇ ਅਕੋਰਡਿੰਗ ਆਨਸਰ ਇਹਦਾ ਨਹੀਂ ਹੈਗਾ। ਜਦੋਂ ਸਰਕਾਰੀ ਅਧਿਕਾਰੀ ਆਪਣੀ ਮਨਮਾਨੀ ਕਰਦਾ ਹੈ ਜਾਂ ਉਹ
ਲੋਕਾਂ ਦੇ ਜਿਹੜੇ ਅਧਿਕਾਰ ਨੇ ਉਹਨੂੰ ਦਬਾਉਣ ਦੀ ਕੋਸ਼ਿਸ਼ ਕਰਦਾ ਹੁੰਦਾ, ਤਾਂ ਇੱਥੇ ਜੇ ਅਸੀਂ ਕਿਊ ਵਾਰੰਟੋ ਕਰ ਦਈਏ, ਕਿਊ ਵਾਰੰਟੋ ਰਿਟ ਕਰ ਦਈਏ, ਬੰਦੀ ਪ੍ਰਤੱਖੀਕਰਨ ਜਿਹਨੂੰ ਆਖਦੇ ਅਸੀਂ, ਤਾਂ ਇਹਦੇ ਅਕੋਰਡਿੰਗ ਜਿਹੜਾ ਆਨਸਰ ਬਣ ਜਾਊਗਾ ਪੁਲਿਸ ਹਿਰਾਸਤ। ਮਤਲਬ ਜਦੋਂ ਕਿਸੇ ਵਿਅਕਤੀ ਨੂੰ ਗੈਰ ਕਾਨੂੰਨੀ ਤਰੀਕੇ ਨਾਲ ਪੁਲਿਸ ਹਿਰਾਸਤ ਦੇ ਵਿੱਚ ਰੱਖਿਆ ਜਾਂਦਾ ਹੁੰਦਾ ਹੈ, ਤਾਂ ਉਹਦੇ ਖਿਲਾਫ ਜਿਹੜੀ ਹਾਈ ਕੋਰਟ ਹੈ ਜਾਂ ਫਿਰ ਸੁਪਰੀਮ ਕੋਰਟ ਉਹ ਰਿਟ ਜਾਰੀ ਕਰਦੀਆਂ ਨੇ, ਜਿਹਦਾ ਨਾਮ ਹੋਊਗਾ ਜੀ ਕਿਊ ਵਾਰੰਟੋ ਰਿਟ, ਕਿਊ ਵਾਰੰਟੋ। ਤਾਂ ਇੱਥੇ ਇਹਦੇ ਅਕੋਰਡਿੰਗ ਆਨਸਰ ਜਿਹੜਾ ਬਣੂਗਾ ਥਰਡ ਬਣੂਗਾ। ਫਿਰ ਇੱਥੇ 21 ਨੰਬਰ ਕੁਐਸਚਨ ਦੇਖਦੇ ਹਾਂ। 21 ਨੰਬਰ ਕੁਐਸਚਨ ਕੀ ਕਹਿ ਰਿਹਾ, ਸੁਪਰੀਮ ਕੋਰਟ ਦੁਆਰਾ ਪਰਮ ਆਦੇਸ਼ ਰਿਟ ਕਿਸ ਲਈ ਜਾਰੀ ਕੀਤੀਆਂ ਨੇ? ਸਰਕਾਰੀ ਡਿਊਟੀ ਨਿਭਾਉਣ ਲਈ, ਪ੍ਰਧਾਨ ਮੰਤਰੀ ਦੁਆਰਾ ਕੈਬਨਿਟ ਭੰਗ ਕਰਨ ਲਈ, ਕੰਪਨੀ ਨੂੰ ਮਜ਼ਦੂਰੀ ਵਧਾਉਣ ਲਈ, ਸਰਕਾਰੀ ਕਰਮਚਾਰੀਆਂ ਦਾ ਭੁਗਤਾਨ। ਹੁਣ ਇਹਦੇ ਵਿੱਚ ਦੇਖੋ ਅਥੈਂਟਿਕ ਆਨਸਰ ਕੀ ਬਣ ਰਿਹਾ, ਠੀਕ ਹੈ, ਤਾਂ ਸਰਕਾਰੀ ਡਿਊਟੀ ਨੂੰ ਪੂਰਾ ਕਰਨ ਦੇ ਲਈ, ਠੀਕ ਹੈ, ਇਹ ਰਿਟ ਜਾਰੀ ਕੀਤੀ ਜਾਂਦੀ ਹੈ, ਠੀਕ ਹੈ। ਇਹ ਸਰਕਾਰ ਦੇ ਖਿਲਾਫ ਵੀ ਜਾਰੀ ਹੋ ਸਕਦੀ ਹੈ, ਸਰਕਾਰੀ ਅਧਿਕਾਰੀ ਖਿਲਾਫ ਵੀ ਜਾਰੀ, ਕਿਸੇ ਸੰਸਥਾ ਦੇ ਖਿਲਾਫ ਵੀ ਜਾਰੀ ਕੀਤੀ ਜਾ ਸਕਦੀ ਰਿਟ। ਸਭ ਤੋਂ ਪਾਵਰਫੁਲ ਜਿਹੜੀ ਰਿਟ ਮੰਨੀ ਜਾਂਦੀ ਹੈ, ਜਿਹਨੂੰ ਅਸੀਂ ਮੈਂਡੇਮਸ ਰਿਟ ਬੋਲਦੇ ਹਾਂ, ਪਰਮ ਆਦੇਸ਼ੀ ਨੂੰ ਬੋਲ ਦਿੰਦੇ ਹਾਂ। 22 ਨੰਬਰ ਕੁਐਸਚਨ ਦੇਖਦੇ ਹਾਂ, ਮੌਲਿਕ ਅਧਿਕਾਰਾਂ ਦਾ ਰਖਵਾਲਾ ਕਿਸ ਨੂੰ ਕਿਹਾ ਜਾਂਦਾ ਹੈ? ਹਾਈ ਕੋਰਟ, ਸੁਪਰੀਮ ਕੋਰਟ, ਸਾਰੀਆਂ ਅਦਾਲਤਾਂ, ਇੱਕ ਅਤੇ ਦੋ ਦੋਨੋਂ। ਤਾਂ ਸਾਨੂੰ ਪਤਾ ਵੀ ਮੌਲਿਕ ਅਧਿਕਾਰਾਂ ਦੀ ਰੱਖਿਆ ਦੇ ਲਈ ਅਸੀਂ ਕਿੱਥੇ ਜਾ ਸਕਦੇ ਹਾਂ? ਸੁਪਰੀਮ ਕੋਰਟ ਤੇ ਹਾਈ ਕੋਰਟ ਜਾ ਸਕਦੇ ਹਾਂ। ਇਸ ਕਰਕੇ ਮੌਲਿਕ ਅਧਿਕਾਰਾਂ ਦਾ ਜਿਹੜਾ ਰੱਖਿਅਕ ਮੰਨਿਆ ਜਾਂਦਾ ਉਹ ਸੁਪਰੀਮ ਕੋਰਟ ਤੇ ਹਾਈ ਕੋਰਟ ਦੋਨਾਂ ਨੂੰ ਹੀ ਮੰਨਿਆ ਜਾਂਦਾ ਹੁੰਦਾ ਹੈ। 23 ਨੰਬਰ ਕੁਐਸਚਨ, ਹੇਠਾਂ ਲਿਖੀਆਂ ਧਾਰਾਵਾਂ ਵਿੱਚੋਂ ਕਿਸ ਦੇ ਤਹਿਤ ਸੁਰੱਖਿਆ ਬਲ ਦੇ ਕਰਮਚਾਰੀਆਂ ਦੇ ਮੌਲਿਕ ਅਧਿਕਾਰਾਂ ਦੀ ਪਾਬੰਦੀ ਲਾਈ ਜਾ ਸਕਦੀ ਹੈ? ਠੀਕ ਹੈ, ਉਹਨਾਂ ਕੁਝ ਰੋਕਾਂ ਨੇ ਇੱਥੇ, ਤਾਂ ਆਰਟੀਕਲ 20, 25, 33 ਜਾਂ 32। ਤਾਂ ਇਹਦਾ ਆਨਸਰ ਆਊਗਾ ਜੀ 33 ਦੇ ਤਹਿਤ ਇਹ ਰੋਕਾਂ ਕੁਛ ਲੱਗੀਆਂ ਹੋਈਆਂ ਨੇਗੀਆਂ, ਜਿਹਨੂੰ ਸੰਸਦ ਕਰ ਸਕਦੀ ਹੈ। 24 ਨੰਬਰ ਕੀ ਕਹਿ ਰਿਹਾ, ਭਾਰਤੀ ਸੰਵਿਧਾਨ ਦੇ ਮੌਲਿਕ ਅਧਿਕਾਰਾਂ ਨੂੰ ਮੁਅੱਤਲ ਕੀਤਾ ਜਾ ਸਕਦਾ ਹੈ? ਕਦੋਂ ਮੁਅੱਤਲ ਕੀਤਾ ਜਾ ਸਕਦਾ ਹੈ? ਕਿਹੜੇ ਅਧਿਕਾਰਾਂ ਨੂੰ ਮੁਅੱਤਲ ਕੀਤਾ ਜਾ ਸਕਦਾ ਹੈ? ਰਾਸ਼ਟਰੀ ਐਮਰਜੈਂਸੀ ਦੇ ਦੌਰਾਨ, ਵਿੱਤੀ ਸੰਕਟ ਦੇ ਦੌਰਾਨ, ਕਦੇ ਵੀ ਕਿਸੇ ਵੀ ਸਥਿਤੀ ਦੇ ਵਿੱਚ। ਤੇ ਸਾਨੂੰ ਪਤਾ ਵੀ ਜਿਹੜੇ ਸਾਡੇ ਆਰਟੀਕਲ ਨੰਬਰ 19 ਦੇ ਤਹਿਤ 6 ਸਾਨੂੰ ਪ੍ਰਕਾਰ ਦੀ ਸੁਤੰਤਰਤਾ ਮਿਲਦੀ ਹੈ, 6 ਪ੍ਰਕਾਰ ਦੀ। ਤਾਂ ਇਹਨੂੰ ਐਮਰਜੈਂਸੀ ਦੇ ਦੌਰਾਨ ਜਿਹੜੇ ਰਾਸ਼ਟਰਪਤੀ ਨੇ ਸਾਡੇ ਉਹਨੂੰ ਕੀ ਕਰ ਸਕਦੇ ਨੇ? ਉਹਨੂੰ ਸਸਪੈਂਡ ਕਰ ਸਕਦੇ ਨੇ, ਪਰ ਇਹ ਕਦੇ ਵੀ ਖਤਮ ਜਿਹੜਾ ਉਹ ਨਹੀਂ ਕੀਤਾ ਜਾ ਸਕਦਾ ਹੈਗਾ। 25 ਨੰਬਰ ਕੁਐਸਚਨ ਦੇਖਦੇ ਹਾਂ, ਹੇਠਾਂ ਲਿਖਿਆਂ ਵਿੱਚੋਂ ਕਿਹੜਾ ਨਾਗਰਿਕ ਦੇ ਬੁਨਿਆਦੀ ਅਧਿਕਾਰਾਂ ਤੇ ਪਾਬੰਦੀ ਲਾ ਸਕਦਾ ਹੈ? ਠੀਕ ਹੈ, ਜਿਹੜੇ ਸਾਡੇ ਬੁਨਿਆਦੀ ਅਧਿਕਾਰ ਨੇ, ਮੂਲ ਅਧਿਕਾਰ ਨੇ, ਉਹਨਾਂ ਤੇ ਕੌਣ ਪਾਬੰਦੀ ਲਾ ਸਕਦਾ ਹੈ? ਤਾਂ ਸਿਰਫ ਤੇ ਸਿਰਫ ਸਾਡੀ ਸੰਸਦ ਹੀ ਇਹਨਾਂ ਦੇ ਉੱਪਰ ਪਾਬੰਦੀ ਲਾ ਸਕਦੀ ਹੈ, ਕੋਈ ਹੋਰ ਇਹਦੇ ਉੱਪਰ ਪਾਬੰਦੀ ਨਹੀਂ ਲਾ ਸਕਦਾ ਹੈਗਾ। ਠੀਕ ਹੈ, ਹਾਂਜੀ। ਜਦੋਂ ਸੰਵਿਧਾਨ ਲਾਗੂ ਹੋਇਆ ਤਾਂ ਸਾਡੇ ਕਿੰਨੇ ਮੌਲਿਕ ਅਧਿਕਾਰ ਸਨ? 6, 7, 4 ਜਾਂ ਫਿਰ 5? ਜਦੋਂ ਸਾਡਾ ਸੰਵਿਧਾਨ ਲਾਗੂ ਹੋਇਆ ਸੀ ਤਾਂ ਸਾਡੇ 7 ਪ੍ਰਕਾਰ ਦੇ ਮੌਲਿਕ ਅਧਿਕਾਰ ਸੀਗੇ, ਹੁਣ ਸਾਡੇ 6 ਪ੍ਰਕਾਰ ਦੇ ਮੌਲਿਕ ਅਧਿਕਾਰ ਨੇ। ਇਹਦੇ ਬਾਰੇ ਡਿਸਕਸ ਕਰਾਂਗੇ ਆਪਾਂ, ਤਾਂ ਇਹਦਾ ਆਨਸਰ ਆਊਗਾ ਜੀ ਸਾਡੇ 7। 27 ਨੰਬਰ ਕੁਐਸਚਨ ਦੇਖਦੇ ਹਾਂ, 44ਵੀਂ ਸੰਵਿਧਾਨਿਕ ਸੋਧ ਦੁਆਰਾ ਇਹਨਾਂ ਵਿੱਚੋਂ ਕਿਹੜੇ ਮੌਲਿਕ ਅਧਿਕਾਰਾਂ ਨੂੰ ਹਟਾ ਦਿੱਤਾ ਗਿਆ ਹੈ? ਸੁਤੰਤਰਤਾ ਦੇ ਅਧਿਕਾਰ, ਸੰਪਤੀ ਦੇ ਅਧਿਕਾਰ, ਸਮਾਨਤਾ ਦੇ ਅਧਿਕਾਰ ਜਾਂ ਫਿਰ ਧਰਮ ਦੇ ਅਧਿਕਾਰ। ਹੁਣ ਜਿਹੜਾ ਸਾਡਾ ਮੂਲ ਸੰਵਿਧਾਨ ਸੀ ਤਾਂ ਉਹਦੇ ਵਿੱਚ 7 ਪ੍ਰਕਾਰ ਦੇ ਅਧਿਕਾਰ ਸੀਗੇ ਸਾਡੇ ਮੌਲਿਕ, ਜਿਹਦੇ ਵਿੱਚ ਸੰਪਤੀ ਦਾ ਜਿਹੜਾ ਅਧਿਕਾਰ ਸੀ ਇਹਨੂੰ ਹਟਾ ਦਿੱਤਾ ਗਿਆ। ਇਹਨੂੰ ਹਟਾਇਆ ਗਿਆ ਸੀ ਸਾਡੀ 44 ਅਮੈਂਡਮੈਂਟ, ਜਿਹੜੀ ਕਿ 1978 ਦੇ ਵਿੱਚ ਹੋਈ ਸੀ। ਹੁਣ ਜਿਹੜਾ ਸਾਡਾ ਇਹ ਸੰਪਤੀ ਅਧਿਕਾਰ ਹੈ, ਪਹਿਲਾਂ ਇਹ ਸਾਡਾ ਮੂਲ ਅਧਿਕਾਰ ਸੀ, ਮੌਲਿਕ ਅਧਿਕਾਰ ਸੀਗਾ, ਹੁਣ ਸਾਡਾ ਇਹ ਕਾਨੂੰਨੀ ਅਧਿਕਾਰ ਬਣਾ ਦਿੱਤਾ ਗਿਆ। ਠੀਕ ਹੈ, ਹੁਣ ਇਹ ਕਾਨੂੰਨੀ ਹੈ ਤੇ ਜਿਹਦਾ ਵਰਣਨ ਸਾਨੂੰ ਹੁਣ ਮਿਲਦਾ ਹੈ ਆਰਟੀਕਲ ਨੰਬਰ 300A ਦੇ ਵਿੱਚ। ਹੁਣ 300A ਦੇ ਵਿੱਚ ਮਿਲਦਾ ਹੈ, ਤਾਂ ਇਹਦਾ ਆਨਸਰ ਆਊਗਾ ਜੀ ਸੰਪਤੀ ਦਾ ਅਧਿਕਾਰ। 28 ਨੰਬਰ ਕੁਐਸਚਨ ਦੇ ਕਿਹੜਾ ਇਹਨਾਂ ਵਿੱਚੋਂ ਕਿਹੜਾ ਮੌਲਿਕ ਅਧਿਕਾਰ ਨਹੀਂ ਹੈ? ਸਮਾਨਤਾ ਦਾ ਅਧਿਕਾਰ, ਸੁਤੰਤਰਤਾ ਦਾ, ਸੰਪਤੀ ਦਾ ਜਾਂ ਫਿਰ ਸ਼ੋਸ਼ਣ ਦੇ ਵਿਰੁੱਧ ਅਧਿਕਾਰ। ਤਾਂ ਇੱਥੇ ਸਾਨੂੰ ਪਤਾ ਲੱਗ ਚੁੱਕਿਆ ਵੀ ਜਿਹੜਾ ਸਾਡਾ ਸੰਪਤੀ ਅਧਿਕਾਰ ਹੈ ਸਾਡਾ ਮੌਲਿਕ ਅਧਿਕਾਰ ਨਹੀਂ ਹੈਗਾ, ਹੁਣ ਸਾਡਾ ਇਹ ਕਾਨੂੰਨੀ ਅਧਿਕਾਰ ਹੈ। 29 ਨੰਬਰ ਕੁਐਸਚਨ ਕੀ ਕਹਿ ਰਿਹਾ, ਭਾਰਤੀ ਸੰਵਿਧਾਨ ਦੇ ਅਨੁਸਾਰ ਸੰਪਤੀ ਦਾ ਅਧਿਕਾਰ ਹੈ ਮੂਲ ਅਧਿਕਾਰ, ਕੁਦਰਤੀ ਅਧਿਕਾਰ, ਕਾਨੂੰਨੀ ਅਧਿਕਾਰ ਜਾਂ ਫਿਰ ਨੈਤਿਕ ਅਧਿਕਾਰ। ਤਾਂ ਸੰਪਤੀ ਦਾ ਅਧਿਕਾਰ ਦੇਖੋ ਕੀ ਬਣ ਚੁੱਕਿਆ, ਹੁਣ ਕਾਨੂੰਨੀ ਅਧਿਕਾਰ ਬਣ ਚੁੱਕਿਆ। ਮੈਂ ਤੁਹਾਨੂੰ ਦੱਸ ਚੁੱਕਿਆ ਪਹਿਲਾਂ ਇਹ ਮੌਲਿਕ ਅਧਿਕਾਰ ਸੀ, ਹੁਣ ਇਹ ਸਾਡਾ ਕਾਨੂੰਨੀ ਅਧਿਕਾਰ ਬਣ ਚੁੱਕਿਆ ਹੈ। 30 ਨੰਬਰ ਕੁਐਸਚਨ ਦੇਖਦੇ ਹਾਂ, ਕਿਸ ਸਰਕਾਰ ਦੇ ਅਧੀਨ ਸੰਪਤੀ ਦੇ ਅਧਿਕਾਰ ਨੂੰ ਮੌਲਿਕ ਅਧਿਕਾਰ ਤੋਂ ਹਟਾ ਦਿੱਤਾ ਗਿਆ ਸੀ? ਕਿਹੜੀ ਸਰਕਾਰ ਨੇ ਕੀਤਾ ਸੀ? ਜਿਹੜੀ 44 ਅਮੈਂਡਮੈਂਟ ਆਪਾਂ ਕੀਤੀ ਹੈ, ਤਾਂ ਇਹ ਕਿਹੜੀ ਸਰਕਾਰ ਨੇ ਕੀਤੀ ਸੀ? ਇੰਦਰਾ ਗਾਂਧੀ ਸਰਕਾਰ, ਮੋਰਾਰਜੀ ਦੇਸਾਈ ਸਰਕਾਰ, ਨਰਸਿਮਹਾ ਰਾਓ ਜਾਂ ਫਿਰ ਵਾਜਪਾਈ ਸਰਕਾਰ। ਤਾਂ ਸਾਨੂੰ ਪਤਾ ਜੀ ਇਹ ਮੋਰਾਰਜੀ ਦੇਸਾਈ ਸਰਕਾਰ ਦੇ ਕਾਲ ਦੇ ਵਿੱਚ ਹਟਾਇਆ ਗਿਆ ਸੀ 1978 ਦੇ ਵਿੱਚ। ਉਸ ਟਾਈਮ ਮੋਰਾਰਜੀ ਦੇਸਾਈ ਜੋ ਕਿ ਭਾਰਤ ਦੇ ਪਹਿਲੇ ਗੈਰ ਕਾਂਗਰਸੀ ਪ੍ਰਧਾਨ ਮੰਤਰੀ ਬਣਦੇ ਨੇ, ਉਹਨਾਂ ਦੇ ਕਾਲ ਦੇ ਵਿੱਚ 44 ਅਮੈਂਡਮੈਂਟ ਹੋਏ ਸੀ। ਕਾਫੀ ਇੰਪੋਰਟੈਂਟ ਅਮੈਂਡਮੈਂਟ ਮੰਨੀ ਜਾਂਦੀ ਹੈ। ਇੱਕ 42 ਅਮੈਂਡਮੈਂਟ ਕਾਫੀ ਇੰਪੋਰਟੈਂਟ ਹੈ ਤੇ ਇੱਕ 44 ਅਮੈਂਡਮੈਂਟ ਕਾਫੀ ਇੰਪੋਰਟੈਂਟ ਹੈ। ਠੀਕ ਹੈ, 33 ਕੁਐਸਚਨ ਦੇਖਦੇ ਹਾਂ, ਹੇਠ ਲਿਖਿਆਂ ਵਿੱਚੋਂ ਕਿਹੜਾ ਮੌਲਿਕ ਅਧਿਕਾਰਾਂ ਵਿੱਚ ਸ਼ਾਮਿਲ ਨਹੀਂ ਹੈ? ਸਮਾਨਤਾ ਦਾ ਅਧਿਕਾਰ, ਸ਼ੋਸ਼ਣ ਦੇ ਵਿਰੁੱਧ ਅਧਿਕਾਰ, ਹੜਤਾਲ ਕਰਨ ਦਾ ਅਧਿਕਾਰ ਹੈ ਜਾਂ ਫਿਰ ਧਰਮ ਦੀ ਸੁਤੰਤਰਤਾ ਅਧਿਕਾਰ ਹੈ। ਠੀਕ ਹੈ, ਤਾਂ ਇਹਨਾਂ ਵਿੱਚ ਕਿਹੜਾ ਮੌਲਿਕ ਅਧਿਕਾਰਾਂ ਦੇ ਵਿੱਚ ਸ਼ਾਮਿਲ ਨਹੀਂ ਹੈ? ਸਮਾਨਤਾ ਅਧਿਕਾਰ ਮਿਲਦਾ ਸਾਨੂੰ, ਬਿਲਕੁਲ ਮਿਲਦਾ ਹੈ। ਸ਼ੋਸ਼ਣ ਦੇ ਵਿਰੁੱਧ ਵੀ ਮਿਲਦਾ ਹੈ। ਠੀਕ ਹੈ ਜੀ, ਹੜਤਾਲ ਕਰਨ ਦਾ ਅਧਿਕਾਰ ਸਾਨੂੰ ਨਹੀਂ ਮਿਲਦਾ ਹੈਗਾ। ਧਾਰਮਿਕ ਦੀ ਸੁਤੰਤਰਤਾ ਅਧਿਕਾਰ ਵੀ ਸਾਨੂੰ ਮਿਲਦਾ ਹੈ। ਤਾਂ ਇਹਦਾ ਆਨਸਰ ਆਊਗਾ ਜੀ ਸਾਡਾ ਥਰਡ ਆਨਸਰ। ਹੜਤਾਲ ਨਹੀਂ ਅਸੀਂ ਕਰ ਸਕਦੇ ਹੈਗੇ, ਸਾਨੂੰ ਹੜਤਾਲ ਕਰਨ ਦਾ ਅਧਿਕਾਰ ਨਹੀਂ ਮਿਲਦਾ ਹੈਗਾ।
32 ਕੀ ਕਹਿ ਰਿਹਾ ਦੇਖਦੇ ਹਾਂ। ਕੁਝ ਮੌਲਿਕ ਅਧਿਕਾਰ ਸਾਨੂੰ ਹੇਠ ਲਿਖੇ ਵਿੱਚੋਂ ਕਿਸ ਨੂੰ ਨਹੀਂ ਦਿੱਤੇ ਗਏ ਹਨ। ਜਿਹੜੇ ਸਾਡੇ ਮੌਲਿਕ ਅਧਿਕਾਰ ਨੇ ਉਹ ਕਿਹਨੂੰ ਨਹੀਂ ਦਿੱਤੇ ਗਏ? ਕੁਝ, ਠੀਕ ਹੈ, ਕੁਝ ਦੀ ਗੱਲ ਕਰਦਾ ਹੈ, ਵੈਸੇ ਤਾਂ ਮਿਲਦੇ ਨਹੀਂ ਚਲੋ, ਪਰ ਕੁਝ ਦੀ ਗੱਲ ਕਰਦਾ ਹੈ। ਤਾਂ ਦੀਵਾਲੀਆ ਵਿਅਕਤੀ, ਵਿਦੇਸ਼ੀ ਨਾਗਰਿਕ, ਮਰੇ ਹੋਏ ਵਿਅਕਤੀ ਜਾਂ ਫਿਰ ਰਾਜਨੀਤਿਕ ਪੀੜਤਾਂ ਨੂੰ। ਤਾਂ ਹੁਣ ਦੇਖੋ ਜਿਹੜੇ ਮੌਲਿਕ ਅਧਿਕਾਰ ਨੇ ਇਹ ਦੋ ਪ੍ਰਕਾਰ ਦੇ ਵਿੱਚ ਵੰਡੇ ਜਾਂਦੇ ਨੇ। ਇੱਕ ਨਾਗਰਿਕਾਂ ਨੂੰ ਤਾਂ ਦੇਖੋ ਸਾਰੇ ਮਿਲਦੇ ਆ, ਪਰ ਵਿਦੇਸ਼ੀਆਂ ਨੂੰ ਸਾਰੇ ਨਹੀਂ ਮਿਲਦੇ। ਜਿਹਦੇ ਵਿੱਚ ਜਿਵੇਂ ਅਸੀਂ ਆਰਟੀਕਲ 15, ਆਰਟੀਕਲ 16 ਤੇ ਆਰਟੀਕਲ ਨੰਬਰ ਜਿਹੜਾ ਸਾਡਾ 19 ਹੈ, ਆਰਟੀਕਲ ਨੰਬਰ ਜਿਹੜਾ ਸਾਡਾ 29 ਹੈ ਤੇ ਆਰਟੀਕਲ ਨੰਬਰ 30 ਹੈ ਜਿਹੜਾ, ਇਹ ਅਸੀਂ ਵਿਦੇਸ਼ੀਆਂ ਨੂੰ ਪ੍ਰਦਾਨ ਨਹੀਂ ਕਰਦੇ ਹੈਗੇ, ਠੀਕ ਹੈ। ਬਾਕੀ ਆਰਟੀਕਲ ਵਿਦੇਸ਼ੀਆਂ ਨੂੰ ਪ੍ਰਾਪਤ ਹੁੰਦੇ ਨੇ ਤੇ ਸਾਡੇ ਨਾਗਰਿਕਾਂ ਨੂੰ ਪ੍ਰਾਪਤ ਹੁੰਦੇ ਨੇ, ਠੀਕ ਹੈ। ਤਾਂ ਇਹਦਾ ਆਨਸਰ ਆਊਗਾ ਜੀ ਸੈਕੰਡ, ਵਿਦੇਸ਼ੀ ਨਾਗਰਿਕਾਂ ਨੂੰ। 33 ਦੇਖਦੇ ਹਾਂ। ਭਾਰਤੀ ਸੰਵਿਧਾਨ ਦੇ ਅਨੁਸਾਰ ਹੇਠਾਂ ਲਿਖਿਆਂ ਵਿੱਚੋਂ ਕਿਹੜਾ ਮੌਲਿਕ ਅਧਿਕਾਰ ਨਹੀਂ ਹੈ? ਸਿੱਖਿਆ ਅਧਿਕਾਰ, ਸੂਚਨਾ ਅਧਿਕਾਰ, ਬੋਲਣ ਅਤੇ ਪ੍ਰਗਟਾਵੇ ਦਾ ਅਧਿਕਾਰ, ਜੀਵਨ ਦਾ ਅਧਿਕਾਰ, ਠੀਕ ਹੈ। ਹੁਣ ਇੱਥੇ ਕੀ ਕਹਿ ਰਿਹਾ ਵੀ ਕਹਿੰਦਾ ਇਹ ਮੂਲ ਅਧਿਕਾਰ ਨਹੀਂ ਹੈ, ਠੀਕ ਹੈ, ਮੌਲਿਕ ਅਧਿਕਾਰ ਨਹੀਂ। ਤਾਂ ਸੂਚਨਾ ਅਧਿਕਾਰ ਦਾ ਆਨਸਰ ਆਊਗਾ, ਠੀਕ ਹੈ, ਕਿਉਂਕਿ ਸੂਚਨਾ ਅਧਿਕਾਰ ਸਾਨੂੰ ਬਾਕੀ ਅਧਿਕਾਰਾਂ ਦੇ ਤਹਿਤ ਹੀ ਮਿਲਦਾ ਹੁੰਦਾ ਹੈ, ਇਹ ਸਾਡਾ ਮੂਲ ਅਧਿਕਾਰ ਨਹੀਂ ਮੰਨਿਆ ਜਾਂਦਾ ਹੁੰਦਾ ਇੱਥੇ। ਸੂਚਨਾ ਅਧਿਕਾਰ ਕਾਨੂੰਨ ਕਦੋਂ ਲਾਗੂ ਹੋਇਆ ਸੀ ਭਾਰਤ ਦੇ ਵਿੱਚ? 15 ਅਗਸਤ 2005, 15 ਮਾਰਚ 2005 ਅਗਸਤ ਦੇ ਵਿੱਚ, ਜਾਂ 15 ਅਗਸਤ ਜਾਂ 15 ਮਾਰਚ, 15 ਜੂਨ 2005 ਤੇ 15 ਜੁਲਾਈ 2005। ਤਾਂ ਤੁਹਾਨੂੰ ਪਤਾ ਵੀ ਜਿਹੜਾ RTI ਐਕਟ ਸੀਗਾ 2005 ਦੇ ਵਿੱਚ ਆਇਆ ਸੀ ਇਹ, ਤੇ ਕਿਹੜੀ ਡੇਟ ਨੂੰ ਲਾਗੂ ਹੋਇਆ ਸੀ? ਤਾਂ ਇਹ 15 ਜੂਨ 2005 ਨੂੰ ਲਾਗੂ ਹੋਇਆ ਸੀ, ਪੂਰੇ ਭਾਰਤ ਵਿੱਚ ਇੰਪਲੀਮੈਂਟ ਹੋਇਆ ਸੀ। 35 ਨੰਬਰ ਕੁਐਸਚਨ ਦੇਖਦੇ ਹਾਂ। ਹੇਠਾਂ ਲਿਖਿਆਂ ਵਿੱਚੋਂ ਕਿਹੜੇ ਮਾਮਲਿਆਂ ਵਿੱਚ ਸੁਪਰੀਮ ਕੋਰਟ ਨੇ ਨਿਰਧਾਰਿਤ ਕੀਤਾ ਸੀ ਕਿ ਸੰਵਿਧਾਨ ਦੇ ਮੂਲ ਢਾਂਚੇ ਦੇ ਵਿੱਚ ਸ਼ੋਧ ਨਹੀਂ ਕੀਤੀ ਜਾ ਸਕਦੀ? ਤਾਂ ਕਾਫੀ ਇੰਪੋਰਟੈਂਟ ਜਿਹੜਾ ਇਹ ਕੇਸ ਸੀਗਾ, ਜਿਹਦੇ ਵਿੱਚ ਸਾਰੇ ਦੇ ਸਾਰੇ ਜੱਜਾਂ ਨੇ ਮਿਲ ਕੇ ਫੈਸਲਾ ਕੀਤਾ ਸੀਗਾ। AK ਗੋਪਾਲਨ ਕੇਸ, ਕੇਸ਼ਵਾਨੰਦ ਭਾਰਤੀ, MC ਮਹਿਤਾ ਕੇਸ ਜਾਂ ਫਿਰ ਗੋਲਕਨਾਥ ਕੇਸ। ਤਾਂ ਗੋਲਕਨਾਥ ਕੇਸ ਜਿਹੜਾ ਸੀ ਇਹ ਵੀ ਕਾਫੀ ਇੰਪੋਰਟੈਂਟ ਸੀਗਾ, ਪਰ ਇਹਦੇ ਵਿੱਚ ਇਹ ਗੱਲ ਹੋਈ ਸੀ ਵੀ ਅਸੀਂ ਸੰਸਦ ਜਿਹੜੀ ਹੈ ਉਹ ਸੰਵਿਧਾਨ ਦੇ ਵਿੱਚ ਸ਼ੋਧ ਕਰ ਸਕਦੀ ਹੈ, ਪਰ ਸਭ ਤੋਂ ਇੰਪੋਰਟੈਂਟ ਜਿਹੜਾ ਕੇਸ ਬਣਿਆ ਜਾਂਦਾ ਉਹ 1973 ਦਾ ਬਣਿਆ ਜਾਂਦਾ ਹੈ, ਕੇਸ਼ਵਾਨੰਦ ਭਾਰਤੀ ਕੇਸ ਸੀਗਾ। ਤੇ ਇਹਦੇ ਵਿੱਚ ਸੁਪਰੀਮ ਕੋਰਟ ਨੇ ਕਿਹਾ ਸੀਗਾ ਵੀ ਸੰਸਦ ਸੰਵਿਧਾਨ ਦੇ ਵਿੱਚ ਸ਼ੋਧ ਕਰ ਸਕਦੀ ਹੈ, ਪਰ ਉਹਦੇ ਬੇਸਿਕ ਸਟਰਕਚਰ ਜਾਂ ਮੂਲ ਢਾਂਚੇ ਦੇ ਵਿੱਚ ਸ਼ੋਧ ਨਹੀਂ ਕਰ ਸਕਦੀ। ਕੇਸ਼ਵਾਨੰਦ ਭਾਰਤੀ ਕੇਰਲਾ ਦੇ ਕਿਸੇ ਮੱਠ ਦੇ ਜਿਹੜੇ ਸੀ ਮੁਖੀ ਸੀਗੇ, ਉਹਨਾਂ ਨੇ ਇਹ ਕੇਸ ਲਾਇਆ ਸੀਗਾ ਤੇ ਕਾਫੀ ਚਰਚਿਤ ਕੇਸ ਸੀਗਾ, ਪੂਰੇ ਭਾਰਤ ਦੇ ਇਤਿਹਾਸ ਦਾ ਹੁਣ ਤੱਕ ਦਾ ਸਭ ਤੋਂ ਚਰਚਿਤ ਕੇਸ ਇਹ ਮੰਨਿਆ ਜਾਂਦਾ ਹੈਗਾ, ਕੇਸ਼ਵਾਨੰਦ ਭਾਰਤੀ। 36 ਨੰਬਰ ਕੁਐਸਚਨ ਦੇਖਦੇ ਹਾਂ। ਸਿੱਖਿਆ ਦਾ ਅਧਿਕਾਰ ਨਿਯਮ ਜਾਂ ਕਾਨੂੰਨ ਕਦੋਂ ਲਾਗੂ ਕੀਤਾ ਗਿਆ ਸੀ? 15 ਮਾਰਚ 2010, 1 ਅਪ੍ਰੈਲ 2010, 17 ਜੁਲਾਈ 2010, 10 ਅਕਤੂਬਰ 2010। ਤਾਂ ਸਾਨੂੰ ਪਤਾ ਵੀ ਜਿਹੜਾ RTE ਐਕਟ ਹੈ ਸਾਡਾ, ਰਾਈਟ ਟੂ ਐਜੂਕੇਸ਼ਨ ਐਕਟ ਜਿਹੜਾ ਹੈਗਾ ਸਾਡਾ, ਇਹ 2009 ਦਾ, ਇਹ 2009 ਦਾ ਹੈਗਾ। ਤਾਂ ਇਹ ਇੰਪਲੀਮੈਂਟ ਜਿਹੜਾ ਹੋਇਆ ਸੀ, ਪਰ ਉਹ ਹੋਇਆ ਸੀ 1 ਅਪ੍ਰੈਲ 2010 ਦੇ ਵਿੱਚ, ਰਾਸ਼ਟਰਪਤੀ ਸਾਈਨ ਹੋਣ ਤੋਂ ਬਾਅਦ ਪੂਰੇ ਭਾਰਤ ਦੇ ਵਿੱਚ ਇਹ ਪ੍ਰਭਾਵੀ ਹੋ ਗਿਆ ਸੀਗਾ। 37 ਨੰਬਰ ਕੁਐਸਚਨ ਦੇਖਦੇ ਆ। ਭਾਰਤੀ ਸੰਵਿਧਾਨ ਦੇ ਵਿੱਚ ਸ਼ਾਮਲ ਕਿਹੜਾ ਮੌਲਿਕ ਅਧਿਕਾਰ ਦੁਕਾਨਾਂ, ਇਸ਼ਨਾਨ ਘਾਟਾਂ ਜਾਂ ਘਰਾਂ, ਹੋਟਲਾਂ ਆਦਿ ਤੱਕ ਬਰਾਬਰ ਪਹੁੰਚ ਦੇ ਨਾਲ ਸੰਬੰਧਿਤ ਹੈ? ਹੁਣ ਜਿਹੜਾ ਇਹ ਆਰਟੀਕਲ ਹੈ, ਠੀਕ ਹੈ, ਤਾਂ ਇਹ ਦੁਕਾਨਾਂ ਦੇ ਵਿੱਚ ਵੀ, ਹੋਟਲਾਂ ਦੇ ਵਿੱਚ ਵੀ, ਜਾਂ ਜਿੱਥੇ ਵੀ ਇਸ਼ਨਾਨ ਕਰਨੇ, ਹੋਟਲ ਵਗੈਰਾ ਜੋ ਵੀ ਹੈ, ਮਤਲਬ ਸਮਾਜ ਦੀ ਜੋ ਵੀ ਚੀਜ਼ਾਂ ਨੇਗੀਆਂ, ਉਹਨਾਂ ਵਿੱਚ ਇਹ ਸਮਾਨਤਾ ਲਿਆਉਣ ਦੀ ਗੱਲ ਕਰਦਾ ਹੈ। ਤਾਂ ਆਜ਼ਾਦੀ ਅਤੇ ਨਿੱਜਤਾ ਦਾ ਅਧਿਕਾਰ ਹੈ, ਧਰਮ ਦੀ ਸੁਤੰਤਰਤਾ ਦਾ ਅਧਿਕਾਰ ਹੈ, ਸਮਾਨਤਾ ਦਾ ਅਧਿਕਾਰ ਤਹਿਤ ਆਉਂਦਾ ਇਹ, ਜਾਂ ਫਿਰ ਸੱਭਿਆਚਾਰਕ ਅਤੇ ਸਿੱਖਿਆ ਦਾ। ਤਾਂ ਇਹ ਗੱਲ ਕਰਦਾ ਜੀ ਆਰਟੀਕਲ ਨੰਬਰ 3। ਆਰਟੀਕਲ ਨੰਬਰ 3 ਦੇ ਵਿੱਚ ਖਾਸ ਕਰਕੇ ਜਿਹੜਾ ਸਾਡਾ ਆਰਟੀਕਲ ਨੰਬਰ 15 ਹੈ, ਇਹ ਸੋਸ਼ਲ ਸਮਾਨਤਾ ਦੀ ਗੱਲ ਕਰਦਾ, ਸਮਾਜਿਕ ਸਮਾਨਤਾ ਦੀ ਗੱਲ ਕਰਦਾ, ਜਿਹਦੇ ਤਹਿਤ ਤੁਸੀਂ ਕਿਸੇ ਵਿਅਕਤੀ ਨਾਲ ਲਿੰਗ, ਜਾਤੀ, ਧਰਮ ਦੇ ਆਧਾਰ, ਨਸਲ ਦੇ ਆਧਾਰ ਤੇ ਵਿਤਕਰਾ ਨਹੀਂ ਕਰ ਸਕਦੇ ਹੈਗੇ। ਮਤਲਬ ਤੁਸੀਂ ਉਹਨੂੰ ਪਾਣੀ ਪੀਣ ਤੋਂ ਨਹੀਂ ਰੋਕ ਸਕਦੇ, ਉਹਨੂੰ ਠੀਕ ਹੈ, ਕੋਈ ਵੀ ਇਸ ਤਰ੍ਹਾਂ ਦਾ ਕੰਮ ਕਰਨ ਤੋਂ ਨਹੀਂ ਰੋਕ ਸਕਦੇ ਹੈਗੇ ਤੁਸੀਂ, ਜਿਹਦੇ ਨਾਲ ਉਹਦੀ ਸਮਾਜਿਕ ਸਮਾਨਤਾ ਜਿਹੜੀ ਉਹ ਕੀ ਹੋਵੇ, ਪ੍ਰਭਾਵਿਤ ਹੋਵੇ। ਤਾਂ ਇਹਦਾ ਆਨਸਰ ਆਊਗਾ ਜੀ 3। 38 ਨੰਬਰ ਕੁਐਸਚਨ ਦੇਖਦੇ ਹਾਂ। ਭਾਰਤੀ ਸੰਵਿਧਾਨ ਦੇ ਵਿੱਚ ਸਮਾਨਤਾ ਦਾ ਅਧਿਕਾਰ 5 ਅਨੁਛੇਦਾਂ ਦੁਆਰਾ ਪ੍ਰਦਾਨ ਕੀਤਾ ਗਿਆ ਹੈ, ਉਹ ਹਨ। ਸਮਾਨਤਾ ਦੇ ਅਧਿਕਾਰ ਦੀ ਗੱਲ ਸਾਡੇ ਆਰਟੀਕਲ ਦੇ ਵਿੱਚ ਕੀਤੀ ਗਈ ਹੈ। ਤਾਂ ਆਰਟੀਕਲ ਨੰਬਰ ਕਿੰਨੇ ਤੋਂ ਕਿੰਨੇ ਕੀਤੀ ਜਾਂਦੀ ਹੈ ਇਹਦੇ ਵਿੱਚ? ਤਾਂ ਆਰਟੀਕਲ ਨੰਬਰ 14 ਤੋਂ ਲੈ ਕੇ 18 ਤੱਕ ਇਹਦੀ ਗੱਲ ਕੀਤੀ ਜਾਂਦੀ ਹੈ। ਤਾਂ ਦੇਖ ਲੈਣੇ, ਇਹਦਾ ਆਨਸਰ ਬਣੂਗਾ 3rd, 14 ਤੋਂ ਲੈ ਕੇ 18 ਤੱਕ। ਅਗਲਾ ਕੁਐਸਚਨ ਵੀ ਇਹਦੇ ਅਗਲਾ ਨਾਲ ਦੇ ਮਿਲਦਾ ਕੁਐਸਚਨ ਹੈ ਇਹ। ਤਾਂ ਇੱਥੇ ਗੱਲ ਕੀਤੀ ਗਈ ਸੁਤੰਤਰਤਾ ਦੇ ਅਧਿਕਾਰ ਦਾ ਵਰਣਨ ਸਾਡੇ ਕਿੰਨੇ ਤੋਂ ਕਿੰਨੇ ਆਰਟੀਕਲ ਵਿੱਚ ਪ੍ਰਦਾਨ ਕੀਤਾ ਗਿਆ? ਤਾਂ ਜਿਹੜਾ ਸੁਤੰਤਰਤਾ ਅਧਿਕਾਰ ਮਿਲਦਾ ਸਾਨੂੰ, ਇਹ 19 ਆਰਟੀਕਲ ਤੋਂ ਲੈ ਕੇ 22 ਆਰਟੀਕਲ ਤੱਕ ਮਿਲਦਾ ਹੈ। ਤਾਂ ਇੱਥੇ ਦੇਖ ਲੈਣੇ 19 ਤੋਂ ਲੈ ਕੇ 22 ਹੈਗਾ, ਹਾਂ ਬਿਲਕੁਲ ਹੈਗਾ ਜੀ। ਤਾਂ ਇਹਦਾ ਫਸਟ ਆਨਸਰ ਆ ਜਾਊਗਾ। ਤਾਂ ਆਰਟੀਕਲ 19 ਤੋਂ ਲੈ ਕੇ 22 ਤੱਕ ਗੱਲ ਕੀਤੀ ਗਈ ਸਾਡੇ ਸੁਤੰਤਰਤਾ ਦੇ ਅਧਿਕਾਰ ਦੀ। 40 ਨੰਬਰ ਕੁਐਸਚਨ ਦੇਖ ਲੈਂਦੇ ਆ। ਭਾਰਤੀ ਸੰਵਿਧਾਨ ਦੇ ਕਿਹੜੇ ਅਨੁਛੇਦ ਦੇ ਤਹਿਤ ਸਮਾਜਿਕ ਅਤੇ ਵਿਦਿਅਕ ਤੌਰ ਤੇ ਪਛੜੇ ਵਰਗਾਂ ਅਤੇ ਅਨੁਸੂਚਿਤ ਜਾਤੀਆਂ ਜਨਜਾਤੀਆਂ ਦੀ ਤਰੱਕੀ ਦਾ ਖਾਸ ਜਿਹੜਾ ਪ੍ਰਬੰਧ ਉਹ ਕੀਤਾ ਗਿਆ? ਤਾਂ ਇਹਦੇ ਤਹਿਤ ਰਾਖਵਾਂਕਰਨ ਮਿਲਦਾ ਹੈ ਜੀ SC ST ਨੂੰ, ਤੇ ਜਿਹੜੇ ਪਛੜੇ ਤੌਰ ਤੇ ਜਿਹੜੇ ਲੋਕ ਨੇਗੇ OBC ਜਿਹੜੇ,
ਉਹਨਾਂ ਨੂੰ ਰਾਖਵਾਂਕਰਨ ਮਿਲਦਾ। ਹੁਣ ਅਸੀਂ EWS ਵੀ ਕਹਿ ਸਕਦੇ ਹਾਂ ਇਹਦੇ ਵਿੱਚ, EWS ਨੂੰ ਵੀ ਸ਼ਾਮਲ ਕੀਤਾ ਗਿਆ ਇਹਦੇ ਵਿੱਚ। ਤਾਂ ਆਰਟੀਕਲ ਨੰਬਰ 17, ਆਰਟੀਕਲ 16, ਆਰਟੀਕਲ 15 ਤੇ ਆਰਟੀਕਲ ਨੰਬਰ 20 ਜਿਹੜਾ ਹੈਗਾ, ਤਾਂ ਇਹ ਆਊਗਾ ਜੀ 16 ਆਰਟੀਕਲ। ਇਹਦੇ ਤਹਿਤ ਹੀ SC ST OBC ਤੇ EWS ਨੂੰ ਜਿਹੜਾ ਰਾਖਵਾਂਕਰਨ ਪ੍ਰਦਾਨ ਕੀਤਾ ਗਿਆ ਹੈਗਾ। 41 ਕੁਐਸਚਨ ਦੇਖਦੇ ਹਾਂ। ਬੰਦੀ ਬਣਾਏ ਗਏ ਵਿਅਕਤੀ ਦੇ ਮੌਲਿਕ ਅਧਿਕਾਰਾਂ ਦੀ ਰੱਖਿਆ ਕਿਸ ਅਨੁਛੇਦ ਵਿੱਚ ਕੀਤੀ ਗਈ ਹੈ? ਜਿਹੜੇ ਬੰਦੀ ਬਣਾ ਲਏ ਜਾਂਦੇ ਨੇ ਵਿਅਕਤੀ, ਤਾਂ ਉਹਨਾਂ ਦੇ ਅਧਿਕਾਰਾਂ ਦੀ ਰੱਖਿਆ ਜਿਹੜੀ ਸੀ ਉਹ ਕਿਸ ਉਹਦੇ ਵਿੱਚ ਕੀਤੀ ਜਾਂਦੀ ਹੈ? ਤਾਂ ਆਰਟੀਕਲ ਨੰਬਰ 15, 17, 21 ਜਾਂ ਫਿਰ 22 ਦੇ ਵਿੱਚ। ਤਾਂ ਇਹ ਆਊਗਾ ਜੀ ਆਨਸਰ ਇਹਦਾ 22, ਕਿਉਂਕਿ ਗ੍ਰਿਫਤਾਰੀ ਸੰਬੰਧੀ ਜਿਹੜੇ ਅਧਿਕਾਰ ਸਾਨੂੰ ਮਿਲਦੇ ਨੇਗੇ ਉਹ ਬੰਦੀ ਬਣਾਏ ਗਏ ਵਿਅਕਤੀ ਦੇ ਜਿਹੜੇ ਮੌਲਿਕ ਅਧਿਕਾਰ ਨੇ ਉਹਨਾਂ ਦੀ ਰੱਖਿਆ ਕਰਨ ਦਾ ਅਧਿਕਾਰ ਵੀ ਜਿਹੜਾ ਸਾਨੂੰ ਮਿਲਦਾ ਹੈਗਾ ਉਹ ਮਿਲਦਾ ਜੀ ਆਰਟੀਕਲ ਨੰਬਰ 22 ਦੇ ਵਿੱਚ, 22 ਦੇ ਵਿੱਚ। 42 ਨੰਬਰ ਕੁਐਸਚਨ ਦੇਖਦੇ ਹਾਂ। ਰਾਸ਼ਟਰੀ ਐਮਰਜੈਂਸੀ ਦੌਰਾਨ ਹੇਠਾਂ ਲਿਖਿਆ ਲੇਖਾਂ ਵਿੱਚੋਂ ਕਿਹੜੇ ਨੂੰ ਮੁਅੱਤਲ ਨਹੀਂ ਕੀਤਾ ਜਾ ਸਕਦਾ ਹੈਗਾ? ਤਾਂ ਮਤਲਬ ਕਿਹੜੇ ਨੂੰ ਅਸੀਂ ਮੁਅੱਤਲ ਨਹੀਂ ਕਰ ਸਕਦੇ ਹੈਗੇ? ਇੱਕ ਆਰਟੀਕਲ ਮੁਅੱਤਲ ਹੋ ਸਕਦਾ ਹੈਗਾ, 2 ਆਰਟੀਕਲ ਚੋਂ ਮੁਅੱਤਲ ਨਹੀਂ ਹੋ ਸਕਦੇ। ਕਿਹੜਾ ਨਹੀਂ ਮੁਅੱਤਲ ਹੋ ਸਕਦਾ? 14, 15, 19, 20, 21, 22 ਤੇ 20 ਤੇ 21। ਠੀਕ ਹੈ, ਤਾਂ ਸਾਨੂੰ ਪਤਾ ਵੀ ਆਰਟੀਕਲ ਨੰਬਰ ਚਾਹੇ ਉਸ ਦੌਰਾਨ ਐਮਰਜੈਂਸੀ ਲੱਗ ਜੇ, ਐਮਰਜੈਂਸੀ ਦੌਰਾਨ ਆਰਟੀਕਲ ਨੰਬਰ 19 ਆ ਉਹ ਸਾਡਾ ਸਸਪੈਂਡ ਕੀਤਾ ਜਾ ਸਕਦਾ ਹੈਗਾ। ਪਰ ਆਰਟੀਕਲ ਨੰਬਰ 20 ਤੇ 21 ਜਿਹੜਾ ਹੈਗਾ ਇਹ ਸਾਡਾ ਕਦੇ ਵੀ ਮੁਅੱਤਲ ਜਿਹੜਾ ਉਹ ਸਸਪੈਂਡ ਜਿਹੜਾ ਉਹ ਨਹੀਂ ਹੋ ਸਕਦਾ ਹੈਗਾ। ਠੀਕ ਹੈ, ਤਾਂ ਯਾਦ ਰੱਖਿਓ ਜੀ ਇਹ। 33 ਕੁਐਸਚਨ ਦੇਖਦੇ ਆ। ਮਜ਼ਦੂਰਾਂ ਨੂੰ ਉਚਿਤ ਮਜ਼ਦੂਰੀ ਦਾ ਭੁਗਤਾਨ ਨਾ ਕਰਨ ਕਾਰਨ ਹੇਠਾਂ ਲਿਖਿਆਂ ਵਿੱਚੋਂ ਲੇਖਾਂ ਵਿੱਚ ਕਿਸ ਦੀ ਉਲੰਘਣਾ ਕੀਤੀ ਗਈ ਹੈ? ਤੇ ਕਿਹੜੇ ਆਰਟੀਕਲ ਦੀ ਉਲੰਘਣਾ ਕੀਤੀ ਗਈ ਇਹਦੇ ਵਿੱਚੋਂ? ਤਾਂ ਆਰਟੀਕਲ 14, 16, 18 ਤੇ ਆਰਟੀਕਲ ਨੰਬਰ 23। ਹੁਣ ਆਰਟੀਕਲ ਨੰਬਰ ਜਿਹੜਾ 23 ਹੈ ਇਹਦਾ ਆਨਸਰ ਆਊਗਾ ਜੀ ਆਰਟੀਕਲ ਨੰਬਰ 23। ਆਰਟੀਕਲ ਨੰਬਰ 23 ਦੇ ਵਿੱਚ ਕਿਸੇ ਵੀ ਵਿਅਕਤੀ ਤੋਂ ਅਸੀਂ ਜ਼ਬਰਦਸਤੀ ਵਗਾਰ ਨਹੀਂ ਕਰਵਾ ਸਕਦੇ, ਅਸੀਂ ਉਹ ਤੋਂ ਮਨੁੱਖੀ ਵਪਾਰ ਨਹੀਂ ਕਰ ਸਕਦੇ ਹੈਗੇ। ਜੇ ਕਿਸੇ ਵਿਅਕਤੀ ਤੋਂ ਅਸੀਂ ਕੋਈ ਕੰਮ ਕਰਾਉਂਦੇ ਹਾਂ ਉਹਨੂੰ ਸਾਨੂੰ ਉਹਦੀ ਪੇਮੈਂਟ ਦੇਣੀ ਪਊਗੀ। ਜੇ ਅਸੀਂ ਪੇਮੈਂਟ ਨਹੀਂ ਦਿੰਦੇ ਹੈਗੇ ਤਾਂ ਫਿਰ ਉਹ ਮਨੁੱਖੀ ਵਗਾਰ 'ਚ ਮੰਨਿਆ ਜਾਊਗਾ, ਤਾਂ ਉਹਦੇ ਆਧਾਰ 'ਤੇ ਸਾਡੇ ਉੱਪਰ ਕਾਰਵਾਈ ਜਿਹੜੀ ਉਹ ਕੀਤੀ ਜਾ ਸਕਦੀ ਹੈ। ਤਾਂ ਇਹਦਾ ਆਨਸਰ ਆਊਗਾ ਜੀ 4। 44 ਨੰਬਰ ਕੁਐਸਚਨ ਦੇਖਦੇ ਹਾਂ। ਹੇਠਾਂ ਲਿਖਿਆ ਅਨੁਛੇਦਾਂ ਵਿੱਚੋਂ ਕਿਸ ਇੱਕ ਨੂੰ ਡਾਕਟਰ BR ਅੰਬੇਦਕਰ ਦੁਆਰਾ ਸੰਵਿਧਾਨ ਦਾ ਦਿਲ ਅਤੇ ਆਤਮਾ ਕਿਹਾ ਗਿਆ ਹੈ? ਤਾਂ ਆਰਟੀਕਲ 14, 25, 29 ਤੇ 32। ਸੰਵਿਧਾਨਿਕ ਉਪਚਾਰਾਂ ਦਾ ਜਿਹੜਾ ਅਧਿਕਾਰ ਸੀ ਬਹੁਤ ਹੀ ਜ਼ਿਆਦਾ ਫੇਮਸ ਅਧਿਕਾਰ ਹੈ ਸਾਡਾ ਇਹ। ਇਹਦੇ ਤਹਿਤ ਅਸੀਂ ਬਾਕੀ ਅਧਿਕਾਰਾਂ ਨੂੰ ਪ੍ਰਾਪਤ ਕਰਦੇ ਹਾਂ। ਇਹਦੇ ਤਹਿਤ ਅਸੀਂ ਆਪਣੇ ਅਧਿਕਾਰਾਂ ਦੀ ਰੱਖਿਆ ਦੇ ਲਈ ਸੁਪਰੀਮ ਕੋਰਟ ਤੇ ਹਾਈ ਕੋਰਟ ਅਪਰੋਚ ਕਰਦੇ ਹੁੰਦੇ ਹਾਂ। ਇਹਦਾ ਆਨਸਰ ਆਊਗਾ ਜੀ ਇਹਨੂੰ ਡਾਕਟਰ BR ਅੰਬੇਦਕਰ ਨੇ ਸੰਵਿਧਾਨ ਦਾ ਦਿਲ ਤੇ ਆਤਮਾ ਦਾ ਸੀ ਉਹ ਦਰਜਾ ਦਿੱਤਾ ਸੀਗਾ। ਹਾਂਜੀ, ਲਾਸਟ ਕੁਐਸਚਨ ਹੈ 45 ਕੁਐਸਚਨ। ਭਾਰਤੀ ਸੰਵਿਧਾਨ ਦੇ ਅਨੁਛੇਦ 25 ਵਿੱਚ ਵਰਤਿਆ ਗਿਆ ਹਿੰਦੂ ਸ਼ਬਦ ਕਿਸ ਨੂੰ ਸ਼ਾਮਲ ਨਹੀਂ ਕਰਦਾ? ਇਹਦੇ ਵਿੱਚ ਬੋਧੀਆਂ ਨੂੰ, ਜੈਨੀਆਂ ਨੂੰ, ਪਾਰਸੀਆਂ ਨੂੰ ਤੇ ਸਿੱਖਾਂ ਨੂੰ। ਤਾਂ ਇਹਦਾ ਆਨਸਰ ਆਊਗਾ ਜੀ ਪਾਰਸੀਆਂ ਨੂੰ, ਕਿਉਂਕਿ ਜਿਹੜੇ ਬਾਕੀ ਨੇ 3 ਧਰਮ ਨੇ ਇਹਨਾਂ ਦਾ ਜਿਹੜਾ ਵਰਣਨ ਕੀਤਾ ਗਿਆ ਹਿੰਦੂ ਤਹਿਤ ਹੀ ਕੀਤਾ ਗਿਆ ਆਰਟੀਕਲ ਨੰਬਰ 25 ਦੇ ਵਿੱਚ। ਠੀਕ ਹੈ ਜੀ, ਤੇ ਲਾਸਟ ਕੁਐਸਚਨ ਸੀਗਾ ਤੁਹਾਡੇ ਅੱਜ ਦੀ ਕਲਾਸ ਦਾ। ਆਈ ਹੋਪ ਕਿ ਤੁਹਾਨੂੰ ਅੱਜ ਦੀ ਕਲਾਸ ਪਸੰਦ ਆਈ ਹੋਊਗੀ। ਤੁਹਾਡੇ ਇਹ PTET ਲਈ ਕਾਫੀ ਇੰਪੋਰਟੈਂਟ ਹੈ, ਤੁਹਾਡੇ ਇਹ ਮਾਸਟਰ ਕੇਡਰ ਦੇ ਲਈ ਕਾਫੀ ਇੰਪੋਰਟੈਂਟ ਹੈ, ਤੇ ਤੁਹਾਡਾ ਜਿਹੜਾ ਲੈਕਚਰਾਂ ਦਾ ਪੇਪਰ ਹੋਣ ਵਾਲਾ ਹੈਗਾ ਠੀਕ ਹੈ ਉਹਦੇ ਵਾਸਤੇ ਕਾਫੀ ਇੰਪੋਰਟੈਂਟ ਹੈ। ਤਾਂ ਤਿੰਨੇ ਪੇਪਰ ਜਿਹੜੇ ਹੋਣੇ ਨੇ ਪੋਲੀਟੀਕਲ ਦੇ ਨਾਲ ਜੁੜੇ ਹੋਏ, ਤਾਂ ਇਹਨਾਂ ਵਾਸਤੇ ਕਾਫੀ ਇੰਪੋਰਟੈਂਟ ਕਲਾਸ ਹੈ। ਇਹਦੇ ਵਿੱਚੋਂ ਹੀ ਕੁਐਸਚਨ ਜਿਹੜਾ ਤੁਹਾਨੂੰ ਪੁੱਛਿਆ ਜਾਊਗਾ, ਤੇ ਇਹ ਚੰਗੀ ਤਰ੍ਹਾਂ ਕੁਐਸਚਨ ਤੁਸੀਂ ਤਿਆਰ ਕਰਨੇ ਨੇ। ਠੀਕ ਹੈ, ਆਪਾਂ ਨੈਕਸਟ ਵੀਡੀਓ ਦੇ ਵਿੱਚ ਆਪਾਂ ਪੂਰਾ ਡਿਟੇਲ ਦੇ ਵਿੱਚ ਚੈਪਟਰ ਵਾਈਜ਼ ਮੈਂ ਤੁਹਾਨੂੰ ਕੋਸ਼ਿਸ਼ ਕਰੂੰਗਾ ਕਰਾਉਣ ਦੀ। ਇਹ ਕੁਝ ਵੀਡੀਓ ਮੈਂ ਫੰਡਾਮੈਂਟਲ ਰਾਈਟਸ ਬਾਰੇ ਪਹਿਲਾਂ YouTube ਦੇ ਉੱਪਰ ਪਾ ਵੀ ਚੁੱਕੇ ਹਾਂ, ਤੁਸੀਂ ਦੇਖ ਸਕਦੇ ਹੋ ਪੁਰਾਣੀ ਵੀਡੀਓਜ਼ ਦੇ ਵਿੱਚ। ਤਾਂ ਪਲੀਜ਼ ਇਸ ਚੈਨਲ ਨੂੰ ਤੁਸੀਂ ਵੱਧ ਤੋਂ ਵੱਧ ਲਾਈਕ ਕਰਿਓ, ਇਸ ਵੀਡੀਓ ਨੂੰ ਸ਼ੇਅਰ ਕਰਿਓ ਲੋਕਾਂ ਤੱਕ, ਤੇ ਜੇ ਤੁਸੀਂ ਸਾਡੇ ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਾਡੇ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਕਰ ਦਿਓ, ਤੇ ਵੱਧ ਤੋਂ ਵੱਧ ਲੋਕਾਂ ਤੱਕ ਇਸ ਵੀਡੀਓ ਨੂੰ ਪਹੁੰਚਾਓ ਤਾਂ ਕਿ ਲੋਕ ਵੀ ਇਹਨੂੰ ਵੱਧ ਤੋਂ ਵੱਧ ਦੇਖ ਸਕਣ, ਸਬਸਕ੍ਰਾਈਬ ਕਰ ਸਕਣ, ਤੇ ਕਿਸੇ ਨੂੰ ਫਾਇਦਾ ਹੋ ਸਕੇ ਇਸ ਦਾ। ਤੇ ਮਿਲਦੇ ਹਾਂ ਫਿਰ ਆਪਾਂ ਨਵੀਂ ਵੀਡੀਓ ਦੇ ਨਾਲ ਇੱਕ, ਤੇ ਤਦ ਤੱਕ ਲਈ ਬਾਏ, ਥੈਂਕ ਯੂ।